मित्र प्यारे हाल मुरीदा दा कहना। गुरु नानक पद पंकज बंदन पद पंकज सिमरो अंगद दू गुर अमरदास हृदय नित त्यावो हृदय नित। श्री गुरु रामदास गुण गुर अर्जन विघ्नन के नासक विघ्नन के। हर गोबिंद शुभ सुमत प्रकाश श्री हर राय नमो कर जोरी नमो कर। श्री हर कृष्ण मनाऊं बहोरी। गुर तेग बहादुर परम कृपा जी परम कृपाला। श्री गुरु गोबिंद सिंह बैसाला। तरो तरा पर पुन पुन सीसा जी पुन बंदों बार बार जगदीसा। एक ओंकार सतगुरु तेह प्रसाद सच होए। वाहिगुरु जी की फतेह है विघ्न विनाशन सो। वाहिगुरु जी की फतेह है विघ्न विनाशन सोए। वाहिगुरु जी का खालसा वाहिगुरु जी की फतेह। जुगहो जुग अटल शबर शतर तख्त के मालिक साहिब कमाल सतगुरु धन धन श्री गुरु ग्रंथ साहिब सच्चे पातशाह जी दे पावन पवित्र मुबारक चरणा कबलों पास हाजरियां भर रही गुरु स्वरूप गुरु खालसा साध संगत। आप जी सरबत गुरसिख संगतां बड़भागी हो लड़ीवार। श्री गुर पंथ प्रकाश की कथा विचार सरवण करन वास्ते गुरु साहिब जी के चरणा कबलों पास प्रेम सहित जुड़ते हो। कल दे प्रकरणां दे विच सरवण कीता सी दौलत खां लोधी दे कहण ते बाबर बादशाह हिंदुस्तान आया। गुरु नानक साहिब सच्चे पातशाह जी दे दर्शन दीदार कीते। गरीब नवाज सच्चे पातशाह ने बाबर बादशाह दे जो मन विच चित वधा सी उहदे मन की तसल्ली करा दिती। जो कुछ वो सोच के आया सी सब कुछ उहदे मुख ते कह दिता। उसने जदों हिंदुस्तान की पातशाही की गल की महाराज कहंदे तू यही कहंदा सी कि मैनू हिंदुस्तान की पातशाही मेरा रसूल मुहम्मद साहब देणगे। जा भाई फिर उन्हां कोलों लै आ। आखण लगा मेरी पहुँच नहीं। सतगुरु कहंदे साडा आसा लै जा यही तैनू दरगाह विच लै जाएगा। दरवाजे बंद होणगे सतनाम वाहिगुरू वाहिगुरू जपी। जिथे भी जाके वाहिगुरू कहेगा तैनू अड़चन कोई नहीं आवेगी। इस तरह बाबर आसा लैके दरगाह विच गया।
ਦਰਵਾਜ਼ਾ ਬੰਦ ਸੀ। ਵਾਹਿਗੁਰੂ ਵਾਹਿਗੁਰੂ ਦਾ ਜਾਪ ਕੀਤਾ, ਦਰਵਾਜ਼ਾ ਖੁੱਲ੍ਹ ਗਿਆ। ਨਿਸ਼ਾਨ ਸਾਹਿਬ ਦੇ ਦਰਸ਼ਨ ਕੀਤੇ। ਜੋ ਨਿਸ਼ਾਨ ਗੁਰੂ ਨਾਨਕ ਸਾਹਿਬ ਦਾ ਝੂਲਦਾ ਸੀ। ਬਾਣੀ ਦੀਆਂ ਪੋਥੀਆਂ ਦਾ ਪ੍ਰਕਾਸ਼, ਸੰਗਤਾਂ ਬਾਣੀ ਪੜ੍ਹ ਰਹੀਆਂ ਨੇ, ਭਗਤ ਜਨ ਨਾਮ ਦੇ ਰੰਗ ਰੰਗੇ। ਉਪਰੰਤ ਜਿੱਥੇ ਮਸੀਤ ਮਸਜਿਦ ਸੀ, ਮੁਹੰਮਦ ਸਾਹਿਬ ਉੱਥੇ ਨਮਾਜ਼ ਪੜ੍ਹਦੇ ਸਨ, ਉੱਥੇ ਜਾ ਪਹੁੰਚਿਆ। ਸਾਰੀ ਵਿਥਿਆ ਦੱਸੀ ਤੇ ਮੁਹੰਮਦ ਸਾਹਿਬ ਜੀ ਕਹਿਣ ਲੱਗੇ, ਹਿੰਦੁਸਤਾਨ ਦੀ ਜਿਹੜੀ ਬਾਦਸ਼ਾਹੀ ਮੇਰੇ ਹੱਥ ਵਿੱਚ ਨਹੀਂ, ਉਹ ਨਾਨਕ ਪੀਰ ਜੀ ਦੇ ਹੱਥ ਵਿੱਚ ਹੈ। ਉਹਨਾਂ ਦੀ ਮਰਜ਼ੀ ਆ, ਉਹ ਦੇਣ ਨਾ ਦੇਣ, ਉਹ ਆਪ ਪਾਤਸ਼ਾਹ ਨੇ। ਹਾਂ, ਜੇ ਤੈਨੂੰ ਚਾਹੀਦੀ ਹੈ ਪਾਤਸ਼ਾਹੀ ਤੇ ਜਾ ਕੇ ਉਹਨਾਂ ਨੂੰ ਪ੍ਰਸੰਨ ਕਰ, ਉਹ ਤੈਨੂੰ ਪਾਤਸ਼ਾਹੀ ਦੇਣਗੇ। ਬਾਬਰ ਨੇ ਬਹੁਤ ਯਤਨ ਕੀਤਾ, ਪਰ ਮੁਹੰਮਦ ਸਾਹਿਬ ਨੇ ਮਨਾ ਕਰ ਦਿੱਤਾ। ਇਸ ਪ੍ਰਕਾਰ ਬਾਬਰ ਜਿਹੜਾ ਸੀ ਉੱਥੋਂ ਵਾਪਸ ਆ ਗਿਆ ਤੇ ਮਨ ਹੀ ਮਨ ਪਛਤਾਉਣ ਲੱਗਾ, ਦੁਬਿਧਾ ਵਿੱਚ ਪੈ ਗਿਆ, ਕੀ ਕਰਾਂ ਤੇ ਕੀ ਨਾ ਕਰਾਂ। ਆਓ ਅਗਲੇ ਪ੍ਰਕਰਨ ਸਰਵਣ ਕਰੀਏ। ਮਨ ਬਿਰਤੀਆਂ ਇਕਾਗਰ ਕਰਨ ਵਾਸਤੇ ਸਰਬੱਤ ਸੰਗਤਾਂ ਜਪਣਾ ਕਰੋ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਬਾਬਰ ਜਦੋਂ ਦਰਗਾਹ ਵਿੱਚੋਂ ਵਾਪਸ ਆਇਆ, ਉਸ ਨੇ ਆਪਣੇ ਮਨ ਦੇ ਅੰਦਰ ਫੁਰਨਾ ਕੀਤਾ। ਫੁਰਨਾ ਕੀ ਸੀ ਕਿ ਜਦੋਂ ਮੈਂ ਕਾਬਲ ਤੋਂ ਚੱਲਿਆ ਸੀ ਤੇ ਮੈਨੂੰ ਦੌਲਤ ਖਾਨੇ ਗੱਲ ਕਹੀ ਕਿ ਗੁਰੂ ਨਾਨਕ ਸਾਹਿਬ ਦੀ ਪ੍ਰਵਾਨਗੀ ਲੈ ਲਈ। ਮੈਨੂੰ ਮੁਹੰਮਦ ਸਾਹਿਬ ਨੇ ਵੀ ਇਹੀ ਗੱਲ ਕੀਤੀ ਕਿ ਹਿੰਦੁਸਤਾਨ ਦੀ ਪਾਤਸ਼ਾਹੀ ਗੁਰੂ ਨਾਨਕ ਸਾਹਿਬ ਜੀ ਦੇ ਹੱਥ ਵੱਸ ਹੈ। ਜਦੋਂ ਹਿਰਦੇ ਵਿੱਚ ਇਹ ਗੱਲ ਫੁਰਨਾ ਆ ਗਿਆ, ਬਾਬਰ ਨੇ ਮਨ ਦੇ ਅੰਦਰ ਧੀਰਜ ਧਾਰਨ ਕੀਤਾ ਹੈ। ਮਨ ਵਿੱਚ ਸੋਚਣ ਲੱਗਾ, ਮੇਰੇ ਪੈਗੰਬਰ ਰਸੂਲ ਨੇ ਵੀ ਇਹੀ ਗੱਲ ਕਹੀ ਹੈ ਕਿ ਹਿੰਦੁਸਤਾਨ ਦੀ ਜਿਹੜੀ ਬਾਦਸ਼ਾਹੀ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਵੱਸ ਦੇ ਵਿੱਚ ਹੈ, ਉਹਨਾਂ ਦੇ ਅਧੀਨ ਹੈ। ਇਸ ਤਰ੍ਹਾਂ ਬਾਬਰ ਬਾਦਸ਼ਾਹ ਦੇ ਮਨ ਦੇ ਅੰਦਰ ਇਹ ਖਿਆਲ ਆਇਆ, ਇਹ ਮਨ ਵਿੱਚ ਫੁਰਨਾ ਫੁਰਿਆ ਹੈ ਕਿ ਹੁਣ ਜਾ ਕੇ ਮੈਂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਦੇ ਚਰਨਾਂ 'ਚ ਪੈ ਜਾਵਾਂਗਾ। ਸਾਰੇ ਪੀਰਾਂ ਦੇ ਵਿੱਚੋਂ ਗੁਰੂ ਨਾਨਕ ਸਾਹਿਬ ਜੀ ਸ਼੍ਰੋਮਣੀ ਵੱਡੇ ਪੀਰ ਹਨ। ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਤੋਂ ਬਿਨਾਂ ਹੋਰ ਕੌਣ ਹੈ ਜੋ ਮੈਨੂੰ ਧੀਰਜ ਧਰਾ ਸਕਦਾ ਹੈ, ਜੋ ਮੈਨੂੰ ਦਿਲਾਸਾ ਦੇ ਸਕਦਾ, ਮੇਰੇ ਮਨ ਨੂੰ ਟਿਕਾਓ ਦੇ ਸਕਦਾ ਹੈ। ਉਸੇ ਵਕਤ ਹੀ ਦੌਲਤ ਖਾਨ ਨੂੰ ਬਾਬਰ ਨੇ ਆਪਣੇ ਪਾਸ ਬੁਲਾਇਆ ਹੈ। ਆਖਣ ਲੱਗਾ, ਦੌਲਤ ਖਾਨ ਤੂੰ ਮੈਨੂੰ ਇੱਥੇ ਲਿਆ ਕੇ ਫਸਾਇਆ ਹੈ। ਤੂੰ ਗਿਆ ਸੀ ਨਾ ਮੈਨੂੰ ਲੈਣ ਵਾਸਤੇ ਕਾਬਲ ਤੋਂ, ਤੇ ਤੇਰੀ ਵਜ੍ਹਾ ਕਰਕੇ ਮੈਂ ਇੱਥੇ ਆ ਕੇ ਫਸ ਗਿਆ ਹਾਂ। ਅਸਲ ਦੇ ਵਿੱਚ ਜਿਹੜੀ ਘੁੰਮਣ ਬਾਣੀ ਹੈ ਨਾ, ਘੁੰਮਣ ਘੇਰੀ, ਜਦੋਂ ਪਾਣੀ ਵਿੱਚ ਘੁੰਮਣ ਘੇਰੀ ਪੈਂਦੀ, ਜਿਹੜੀ ਚੀਜ਼ ਉਹਦੇ ਅੜਿੱਕੇ ਆ ਜਾਏ ਡੁਬੋ ਦਿੰਦੀ ਹੈ ਵਿੱਚ। ਤੂੰ ਵੀ ਮੈਨੂੰ ਘੁੰਮਣ ਘੇਰੀ ਦੇ ਵਿੱਚ ਫਸਾ ਦਿੱਤਾ ਹੈ। ਨਾ ਮੈਂ ਵਾਪਸ ਜਾ ਸਕਦਾ ਤੇ ਨਾ ਹਿੰਦੁਸਤਾਨ ਜਿੱਤ ਸਕਦਾ ਹਾਂ। ਤੇ ਹੁਣ ਜਾ ਕੇ ਤੂੰ ਹੀ ਕਹਿ ਗੁਰੂ ਨਾਨਕ ਸਾਹਿਬ ਜੀ ਨੂੰ ਕਿ ਮੇਰਾ ਬੇੜਾ ਬੰਨੇ ਲਾ ਦੇਣ। ਤੂੰ ਹੀ ਲੈ ਕੇ ਆਇਆ ਸੀ ਤੇ ਤੂੰ ਹੀ ਮੇਰੇ ਨਾਲ ਚੱਲ ਤੇ ਜਾ ਕੇ ਗੁਰੂ ਨਾਨਕ ਸਾਹਿਬ ਨੂੰ ਬੇਨਤੀ ਕਰ, ਤੇਰਾ ਕਹਿਆ ਉਹ ਛੇਤੀ ਮੰਨ ਲੈਣਗੇ। ਇਸ ਤਰ੍ਹਾਂ ਦੌਲਤ ਖਾਨ ਨੂੰ ਆਪਣੇ ਨਾਲ ਲੈ ਕੇ ਬਾਬਰ ਬਾਦਸ਼ਾਹ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਸਨਮੁਖ ਚੱਲ ਪਿਆ। ਮਨ ਵਿੱਚ ਸੋਚੋ ਕਿ ਗੁਰੂ ਸਾਹਿਬ ਦਾ ਕਿੰਨਾ ਕੁ ਪ੍ਰਤਾਪ ਹੋਵੇਗਾ ਕਿ ਬਾਬਰ ਦੀ ਹਿੰਮਤ ਨਹੀਂ ਸੀ ਕਿ ਉਹ ਸਿੱਧੀ ਗੱਲ ਮਹਾਰਾਜ ਦੇ ਨਾਲ ਕਰ ਲਏ। ਉਹਦੇ ਅੰਦਰ ਸਮਰੱਥਾ ਨਹੀਂ ਸੀ ਕਿ ਉਹ ਮਹਾਰਾਜ ਦੇ ਸਾਹਮਣੇ ਬਹਿ ਕੇ ਅੱਖਾਂ 'ਚ ਅੱਖਾਂ ਪਾ ਕੇ ਗੁਰੂ ਸਾਹਿਬ ਨੂੰ ਕੁਝ ਕਹਿ ਸਕੇ। ਦੌਲਤ ਖਾਨ ਨੂੰ ਆਖਿਆ ਵੀ ਤੂੰ ਮੂਹਰੇ ਲੱਗ, ਤੂੰ ਚੱਲ ਕੇ ਗੱਲ ਕਰ, ਤੂੰ ਮਹਾਰਾਜ ਦਾ ਸ਼ਰਧਾਲੂ ਪ੍ਰੇਮੀ ਹੈ। ਇਸ ਤਰ੍ਹਾਂ ਦੋਹਾਂ ਜਾਣਿਆਂ ਨੇ ਆ ਕੇ ਮਹਾਰਾਜ ਦੇ ਪਾਵਨ ਪਵਿੱਤਰ ਚਰਨਾਂ ਕਮਲਾਂ ਤੇ ਨਮਸਕਾਰ ਕੀਤੀ, ਚਰਨ ਛੋਹ ਪ੍ਰਾਪਤ ਕੀਤੀ ਹੈ।
ਦੌਲਤ ਖਾਂ ਬੇਨਤੀ ਕਰਦਾ ਸਤਿਗੁਰੂ, ਮੈਂ ਆਪ ਜੀ ਦੇ ਸੇਵਕਾਂ ਦਾ, ਤੁਹਾਡੇ ਦਾਸਾਂ ਦਾ ਵੀ ਦਾਸ, ਸੇਵਕਾਂ ਦਾ ਸੇਵਕ ਹਾਂ। ਪੂਰਨ ਕਰੋ ਹਮਾਰੀ ਆਸ। ਰਹਿਮਤ ਕਰੋ, ਸਾਡੇ ਮਨ ਦੀ ਜਿਹੜੀ ਆਸ ਹੈ ਉਹ ਆਸ ਆਪ ਜੀ ਪੂਰਨ ਕਰ ਦਿਓ। ਦੋਹਰਾ ਮੂਹਾ ਜੋ ਬਾਬਰ ਦਿਖਿਓ, ਕਹੀ ਸੋਈ ਤੇ ਆਨ। ਸਾਧ ਸੰਗਤ ਜੀ, ਉਸ ਤੋਂ ਬਾਅਦ ਬਾਬਰ ਨੇ ਸੱਚਖੰਡ ਵਿੱਚ ਦਰਗਾਹ ਵਿੱਚ ਜੋ ਕੁਝ ਵੇਖਿਆ ਸੀ, ਮਹਾਰਾਜ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੂੰ ਉਹ ਸਾਰੀ ਗੱਲ ਸੁਣਾ ਦਿੱਤੀ। ਜੋ ਕੁਝ ਉੱਥੇ ਵਾਪਰਿਆ ਉਹਨੇ ਬਿਆਨ ਕਰ ਦਿੱਤਾ ਹੈ। ਸਤਿਗੁਰ ਹੱਸ ਕੇ ਚੁੱਪ ਰਹੇ, ਓਏ ਸਭ ਜਾਣੀ ਜਾਣ। ਬਾਬਰ ਦੀਆਂ ਗੱਲਾਂ ਸੁਣ ਕੇ ਮਹਾਰਾਜ ਹੱਸ ਪਏ। ਜਾਣਦੇ ਸਨ ਵੀ ਇਹਨੂੰ ਉੱਥੋਂ ਜਾ ਕੇ ਜਵਾਬ ਕੀ ਮਿਲਣਾ ਜੇ। ਮਾਲਕ ਸੱਚਖੰਡ ਦਾ ਤਾਂ ਧਰਤੀ ਤੇ ਬੈਠਾ ਹੈ, ਇਹ ਫਿਰ ਸੱਚਖੰਡ ਚਲਾ ਗਿਆ ਵੀ ਉੱਥੋਂ ਲਿਖਵਾ ਕੇ ਲੈ ਕੇ ਆਉਣਾ। ਲਿਖਣ ਵਾਲਾ ਤਾਂ ਧਰਤੀ ਤੇ ਸੀ ਨਾ। ਮਾਈ ਸੁਲੱਖਣੀ ਆਈ ਤੇ ਸਤਿਗੁਰਾਂ ਨੂੰ ਇਹੀ ਬੇਨਤੀ ਕੀਤੀ ਵੀ ਉੱਥੇ ਲਿਖਣ ਵਾਲੇ ਤੁਸੀਂ, ਇੱਥੇ ਲਿਖਣ ਵਾਲੇ ਤੁਸੀਂ। ਉੱਥੇ ਨਹੀਂ ਲਿਖਿਆ ਤੇ ਇੱਥੇ ਲਿਖ ਦਿਓ। ਤੇ ਬਾਬਰ ਨੇ ਲਿਖਾਉਣਾ ਤਾਂ ਇੱਥੇ ਸੀ ਸਾਰਾ ਕੁਝ, ਪਰ ਉੱਥੇ ਚਲਾ ਗਿਆ ਵੀ ਉੱਥੇ ਸੱਚਖੰਡ ਵਿੱਚੋਂ ਮੁਹੰਮਦ ਸਾਹਿਬ ਜੀ ਕੋਲੋਂ ਲਿਖਾ ਕੇ ਲੈ ਕੇ ਆਉਣਾ। ਮਹਾਰਾਜ ਨੇ ਸਾਰੀ ਵਿਥਿਆ ਸੁਣੀ ਤੇ ਹੱਸ ਪਏ, ਚੁੱਪ ਕਰ ਗਏ, ਕਿਉਂਕਿ ਜਾਣੀ ਜਾਣ ਸਨ, ਸਭ ਕੁਝ ਜਾਣਦੇ ਸਨ। ਜੋ ਪਈ ਕਿਰਪਾ ਕਰਿਓ ਬਚਨ ਸੁਨਾਇਓ। ਬਾਬਰ ਨੇ ਫਿਰ ਹੱਥ ਜੋੜ ਕੇ ਸਾਹਿਬ ਜੀ ਨੂੰ ਬੇਨਤੀ ਕੀਤੀ, ਤੇਰੋ ਭੇਤ ਨਾ ਕਿਨਹੂ ਪਾਇਓ। ਹੇ ਸਤਿਗੁਰੂ, ਆਪ ਜੀ ਦਾ ਭੇਦ ਜਿਹੜਾ ਹੈ ਕਿਸੇ ਨੇ ਵੀ ਪਾਇਆ ਨਹੀਂ। ਤੂੰ ਸ਼ਰੀਕ ਖੁਦਾਏ ਕੋ ਆਹੀ। ਤੁਸੀਂ ਤਾਂ ਖੁਦਾ ਦੇ ਸ਼ਰੀਕ, ਖੁਦਾ ਦੇ ਭਰਾ ਹੋ। ਤੂੰ ਖੁਦਾਏ ਕੋ ਜਾਇਓ ਤਾਹੀ। ਮੈਨੂੰ ਤਾਂ ਇਸ ਤਰ੍ਹਾਂ ਜਾਪਦਾ ਕਿ ਤੁਸੀਂ ਖੁਦਾ ਦੇ ਜਾਏ ਹੋਏ ਹੋ, ਖੁਦਾ ਦੇ ਪੁੱਤਰ ਹੋ ਤੁਸੀਂ। ਦੁਨੀਆ ਦੇ ਵਿੱਚ ਇੱਕੋ ਇਨਸਾਨ ਨੇ ਦਾਅਵਾ ਕੀਤਾ ਹੈ ਕਿ ਮੈਂ ਖੁਦਾ ਦਾ ਪੁੱਤਰ ਹਾਂ, ਜਿਨ੍ਹਾਂ ਨੂੰ ਲੋਕ ਯੀਸ਼ੂ ਕਹਿੰਦੇ ਨੇ ਵੀ ਖੁਦਾ ਦਾ ਪੁੱਤਰ ਹੈ। ਨਹੀਂ ਭਾਈ, ਦੁਨੀਆ ਦੇ ਵਿੱਚ ਖੁਦਾ ਜਿਹੜਾ ਹੈ ਉਹ ਆਪਣੇ ਆਪ ਦਾ ਮਾਲਕ ਆਪ ਹੈ, ਨਾ ਉਹਦਾ ਕੋਈ ਮਾਤਾ, ਨਾ ਉਹਦਾ ਕੋਈ ਪਿਤਾ ਸੰਸਾਰ ਦੇ ਵਿੱਚ। ਇਹ ਦਾਅਵਾ ਜਿਹੜਾ ਸੀਗਾ ਦੁਨੀਆ ਦੇ ਲੋਕਾਂ ਨੇ ਕੀਤਾ, ਬਾਅਦ ਦੇ ਵਿੱਚ ਵੀ ਉਹ ਖੁਦਾ ਦਾ ਪੁੱਤਰ ਹੈ, ਰੱਬ ਦਾ ਮਾਲਕ ਹੈ। ਤੇ ਦੁਨੀਆ ਦੇ ਵਿੱਚ ਕੇਵਲ ਇੱਕੋ ਹੀ ਇਹੋ ਜਿਹਾ ਅਗੰਮੀ ਪੁਰਸ਼ ਆਇਆ ਜਿਹਨੇ ਆਪਣੀ ਰਸਨਾ ਨਾਲ ਬਿਆਨ ਕੀਤਾ ਕਿ ਰੱਬ ਨੇ ਮੈਨੂੰ ਪੁੱਤਰ ਨਵਾਜਿਆ ਹੈ। ਮਹਾਰਾਜ ਕਲਗੀਧਰ ਜੀ ਦੀ ਬਾਣੀ ਪੜ੍ਹੋ ਸ੍ਰੀ ਦਸਮ ਗ੍ਰੰਥ ਸਾਹਿਬ ਵਿੱਚ, ਜਦੋਂ ਅਕਾਲ ਪੁਰਖ ਜੀ ਨੇ ਸੱਦਿਆ ਨਾ ਆਪਣੇ ਕੋਲ, ਤੇ ਪਤਾ ਕੀ ਆਖਿਆ ਸੀ, ਮੈਂ ਆਪਣਾ ਸੁਤ ਤੋਹੇ ਨਿਵਾਜਾ, ਪੰਥ ਪਰਚੁਰ ਕਰਬੇ ਕੋ ਸਾਜਾ। ਕਲਗੀਧਰ ਜੀ ਨੂੰ ਕੋਲ ਬੁਲਾਇਆ ਅਕਾਲ ਪੁਰਖ ਨੇ। ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ, ਕੀ ਕਹਿੰਦੇ ਅਕਾਲ ਪੁਰਖ, ਮੈਂ ਆਪਣਾ ਸੁਤ ਪੁੱਤਰ ਨੂੰ ਕਹਿੰਦੇ, ਮੈਂ ਤੈਨੂੰ ਆਪਣਾ ਪੁੱਤਰ ਨਿਵਾਜਿਆ, ਤੂੰ ਮੇਰਾ ਪੁੱਤਰ ਹੈ। ਕਿਉਂ? ਪਿਤਾ ਤੇ ਪੁੱਤਰ ਵਿੱਚ ਫਰਕ ਕੋਈ ਨਹੀਂ ਹੁੰਦਾ, ਦੋਨੇ ਇੱਕ ਰੂਪ ਹੀ ਹੁੰਦੇ ਨੇ। ਪੰਥ ਪਰਚੁਰ ਕਰਬੇ ਕੋ ਸਾਜਾ, ਪੰਥ ਦਾ ਪ੍ਰਚਾਰ ਪ੍ਰਸਾਰ ਕਰਨ ਵਾਸਤੇ ਮੈਂ ਤੁਹਾਨੂੰ ਸਾਜਿਆ। ਜਾਓ ਦੁਨੀਆ ਤੇ ਜਾ ਕੇ ਸੱਚ ਦੇ ਧਰਮ ਦਾ ਪ੍ਰਕਾਸ਼ ਕਰੋ। ਦੁਨੀਆ ਦੇ ਵਿੱਚ ਕੋਈ ਵੀ ਮਹਾਂਪੁਰਖ ਆਪਣੀ ਆਤਮ ਕਥਾ ਨਹੀਂ ਲਿਖ ਕੇ ਗਿਆ, ਕੋਈ ਵੀ ਮਹਾਂਪੁਰਖ। ਜੇ ਗੁਰੂ ਨਾਨਕ ਸਾਹਿਬ ਜੀ ਦੀ ਆਤਮ ਕਥਾ ਲਿਖੀ ਗਈ ਤੇ ਗੁਰੂ ਅੰਗਦ ਦੇਵ ਸਾਹਿਬ ਜੀ ਦੀ ਹਜ਼ੂਰੀ ਵਿੱਚ ਲਿਖੀ ਗਈ। ਗੁਰੂ ਨਾਨਕ ਸਾਹਿਬ ਦੀ ਸਾਰੀ ਕਥਾ ਜਿਹੜੀ ਸੀ, ਭਾਈ ਲਹਿਣਾ ਸਾਹਿਬ ਜੀ ਨੇ ਉਹ ਕਥਾ ਸੁਣਾਈ ਗੁਰੂ ਅੰਗਦ ਦੇਵ ਜੀ ਨੂੰ। ਭਾਈ ਪੈੜੇ ਮੋਖੇ ਨੇ ਉਹ ਕਥਾ ਲਿਖੀ, ਉਹ ਜਨਮ ਸਾਖੀ ਸੀ ਭਾਈ ਬਾਲੇ ਵਾਲੀ, ਤੇ ਜਿਹੜੀ ਕਥਾ ਭਾਈ ਬਾਲਾ ਸੁਣਾਉਂਦਾ ਰਿਹਾ। ਮਹਾਰਾਜ ਨੇ ਆਪਣੀ ਹਜ਼ੂਰੀ ਵਿੱਚ ਕਥਾ ਲਿਖਾਈ। ਗੁਰੂ ਸਾਹਿਬ ਦਾ ਜਿੰਨਾ ਇਤਿਹਾਸ ਸੀ, ਗੁਰੂ ਕੇ ਹਜ਼ੂਰ, ਗੁਰੂ ਕੇ ਸਿੱਖਾਂ ਨੇ ਲਿਖਿਆ। ਬਾਅਦ ਵਿੱਚ ਵੀ ਲਿਖਿਆ ਗਿਆ, ਕੁਝ ਹਜ਼ੂਰੀ ਸਿੱਖ ਸਨ ਮਹਾਰਾਜ ਦੇ, ਕੁਝ ਪਰਿਵਾਰਕ ਮੈਂਬਰ ਸਨ। ਇਸ ਤਰ੍ਹਾਂ ਸਮੇਂ ਨਾਲ ਜਿਹੜੇ ਪ੍ਰਾਤਨ ਗ੍ਰੰਥ ਉਹ ਸਨਮੁਖ ਆਉਂਦੇ ਰਹੇ। ਸੁਖਦਾਸ ਦਾ ਕਹਿਣ ਤੋਂ ਭਾਵ ਇਹ ਹੈ, ਕੇਵਲ ਸਤਿਗੁਰੂ ਸੱਚੇ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਐਸੇ ਜਿਨ੍ਹਾਂ ਆਪਣੀ ਆਤਮ ਕਥਾ ਆਪਣੀ ਕਲਮ ਦੇ ਨਾਲ ਲਿਖੀ। ਸ੍ਰੀ ਬਚਿੱਤਰ ਨਾਟਕ ਦਸਮ ਗ੍ਰੰਥ ਸਾਹਿਬ ਜੀ ਦੀ ਪਾਵਨ ਤੀਸਰੀ ਬਾਣੀ ਹੈ, ਉਹਦੇ ਵਿੱਚ ਕਹਿ ਰਹੇ ਨੇ, ਭਾਵੇਂ ਯਿਸੂ ਨੂੰ ਲੋਕ ਕਹਿੰਦੇ ਵੀ ਉਹ ਰੱਬ ਦਾ ਪੁੱਤਰ ਹੈ, ਪਰ ਕਲਗੀਧਰ ਜੀ ਕਹਿੰਦੇ ਮੈਨੂੰ ਰੱਬ ਨੇ ਬੁਲਾਇਆ, ਰੱਬ ਨੇ ਬੁਲਾ ਕੇ ਬਚਨ ਆਖਿਆ, ਮੈਂ ਤੈਨੂੰ ਆਪਣਾ ਪੁੱਤਰ ਨਵਾਜਿਆ, ਤੂੰ ਮੇਰਾ ਪੁੱਤਰ ਹੈ। ਭਾਵੇਂ ਹੈ ਇੱਕ ਹੀ ਰੂਪ, ਸਰਗਣ ਸਰੂਪ ਬਣਾਇਆ ਆਪਣੇ ਤੋਂ ਕਲਗੀਧਰ ਜੀ ਦਾ, ਉਹ ਸੰਸਾਰ ਤੇ ਭੇਜਿਆ ਲੋਕਾਂ ਦਾ ਭਲਾ ਕਰਨ ਵਾਸਤੇ। ਇਸ ਕਰਕੇ ਤੂੰ ਖੁਦਾਏ ਕੋ ਜਾਇਓ ਤਾਂ ਹੀ। ਬਾਬਰ ਕਹਿੰਦਾ
ਮਹਾਰਾਜ ਤੁਸੀਂ ਤਾਂ ਖੁਦਾ ਦੇ ਜਾਏ ਹੋਏ ਹੋ, ਭਾਵ ਉਹਦੇ ਜੰਮੇ ਹੋਏ ਉਹਦੇ ਪੁੱਤਰ ਹੋ। ਹਾਂਜੀ, ਤੈਥੋਂ ਜੁਦੋ ਨਾ ਆਪ ਖੁਦਾਏ। ਇਸ ਕਰਕੇ ਜਿਹੜਾ ਖੁਦਾ ਹੈ ਤੁਹਾਡੇ ਤੋਂ ਜੁਦਾ ਨਹੀਂ, ਤੁਹਾਡੇ ਤੋਂ ਵੱਖਰਾ ਨਹੀਂ। ਜੋ ਹੋਵੈ ਸੋ ਤੇਰੀ ਰਜਾਏ। ਜੋ ਕੁਝ ਵੀ ਹੁੰਦਾ ਹੈ ਸਭ ਕੁਝ ਆਪ ਜੀ ਦੀ ਰਜ਼ਾ ਵਿੱਚ, ਆਪ ਜੀ ਦੇ ਹੁਕਮ ਵਿੱਚ, ਭਾਣੇ ਵਿੱਚ ਹੁੰਦਾ ਹੈ। ਹੁਣ ਰਜਾਏ ਕੋ ਕਰਨੇ ਹਾਰ। ਜਿਹੜੀ ਰਜ਼ਾਏ ਹੈ ਨਾ, ਭਾਵ ਆਗਿਆ ਹੈ, ਇਹਨੂੰ ਵੀ ਤੁਸੀਂ ਆਪ ਬਣਾਉਣ ਵਾਲੇ ਹੋ। ਸਾਰਾ ਕੁਝ ਤੁਹਾਡੇ ਹੁਕਮ 'ਚ ਹੁੰਦਾ ਹੈ, ਤੇ ਜਿਹੜੀ ਰਜ਼ਾ ਹੈ ਇਹਨੂੰ ਵੀ ਆਪ ਜੀ ਬਣਾਉਣ ਵਾਲੇ, ਸਭ ਕੁਝ ਆਪਣੀ ਰਜ਼ਾ ਵਿੱਚ ਚਲਾਉਣ ਵਾਲੇ, ਸਭ ਦੇ ਕਰਤੇ ਧਰਤੇ ਹੋ। ਤੇਰਾ ਅੰਤ ਨਾ ਪਾਰਾਵਾਰ। ਸਤਿਗੁਰੂ ਆਪ ਜੀ ਦਾ ਅੰਤ ਨਹੀਂ ਪਾਇਆ ਜਾ ਸਕਦਾ। ਤੂੰ ਕਰਤਾ ਹੈ ਕਾਦਰ ਕਰੀਮ। ਤੁਸੀਂ ਸਾਰਿਆਂ ਦੇ ਕਰਤੇ ਹੋ। ਕਾਦਰ ਵੀ ਕਰਤੇ ਨੂੰ ਕਹਿੰਦੇ, ਸਭ ਨੂੰ ਬਣਾਉਣ ਵਾਲੇ, ਕਰੀਮ ਕਿਰਪਾ ਕਰਨ ਵਾਲੇ ਹੋ। ਖੁਦ ਖੁਦਾਏ ਹੈ ਤੂੰ ਹੀ ਰਹੀਮ। ਇਸੇ ਪ੍ਰਕਾਰ ਕਰੀਮ ਬਖਸ਼ਿਸ਼ ਕਰਨ ਵਾਲੇ ਹੋ। ਖੁਦ ਖੁਦਾਏ, ਤੁਸੀਂ ਖੁਦ ਖੁਦਾ ਹੋ, ਆਪਣੇ ਆਪ ਦੇ ਆਪ ਮਾਲਕ ਹੋ। ਜਿਹਨੂੰ ਸਹਿ ਭੰਗ ਕਹਿੰਦੇ, ਆਪਣੇ ਆਪ ਤੋਂ ਪ੍ਰਗਟ ਹੋਣ ਵਾਲਾ, ਜਿਹੜਾ ਉਹਨੂੰ ਸਹਿ ਭੰਗ ਵੀ ਕਹਿ ਦਿੱਤਾ ਜਾਂਦਾ ਹੈ, ਸਵਯੰ ਭਵ ਵੀ ਕਹਿ ਦਿੱਤਾ ਜਾਂਦਾ ਹੈ। ਆਪਣੇ ਆਪ ਤੋਂ ਪ੍ਰਗਟ ਕਰਨ ਵਾਲਾ ਤੇ ਆਪਣੇ ਆਪ ਤੋਂ ਪੈਦਾ ਹੋਣ ਵਾਲਾ, ਦੋ ਭਾਵ। ਪਹਿਲਾ ਸੰਸਾਰ ਜਿਹਨੇ ਆਪਣੇ ਆਪ ਤੋਂ ਪ੍ਰਗਟ ਕੀਤਾ ਹੈ ਉਹ ਅਕਾਲ ਪੁਰਖ। ਸਹਿ ਭੰਗ ਜੋ ਆਪਣੇ ਆਪ ਤੋਂ ਪੈਦਾ ਕਰਕੇ ਸਾਰਾ ਕੁਝ ਨਾਸ਼ ਕਰ ਦਿੰਦਾ ਹੈ, ਸੋਯਮ ਭਵ ਸਹਿ ਭੰਗ। ਫਿਰ ਇਹਦਾ ਦੂਜਾ ਅਰਥ ਵੀ ਕੀਤਾ ਜਾਂਦਾ ਹੈ, ਸਹਿ ਭੰਗ ਜੋ ਆਪਣੇ ਆਪ ਤੋਂ ਪੈਦਾ ਹੋਇਆ, ਪ੍ਰਗਟ ਹੋਇਆ ਹੈ। ਫਿਰ ਸਤਿਗੁਰੂ ਤੁਸੀਂ ਸਾਰਿਆਂ ਦੇ ਕਰਤੇ ਹੋ, ਕਾਦਰ ਕਰੀਮ, ਸਭ ਤੇ ਬਖਸ਼ਿਸ਼ ਕਰਨ ਵਾਲੇ, ਖੁਦ ਖੁਦਾਏ, ਆਪਣੇ ਆਪ ਦੇ ਤੁਸੀਂ ਆਪ ਮਾਲਕ ਹੋ। ਤੁਸੀਂ ਰਹੀਮ, ਸਾਰਿਆਂ ਤੇ ਰਹਿਮ ਕਰਨ ਵਾਲੇ ਹੋ। ਤੂੰ ਹੀ ਪੈਗੰਬਰ ਰਾਹੋ ਨੁਮਾਏ। ਜਿਹੜੇ ਰਸੂਲ ਸਾਡੇ ਪੈਗੰਬਰ ਨੇ ਨਾ, ਉਹਦੇ ਰਾਹੋ ਨੁਮਾਏ ਵੀ ਤੁਸੀਂ ਹੋ। ਜਿਹਨੂੰ ਰਹਿਨੁਮਾਏ ਆਪਾਂ ਕਹਿੰਦੇ ਆ, ਭਾਵ ਕਿ ਉਹਨੂੰ ਵੀ ਰਾਹ ਵਿਖਾਉਣ ਵਾਲੇ ਤੁਸੀਂ ਆਪ ਹੋ। ਤੇਰਾ ਸਿਰ ਨਾ ਪਾਇਓ ਜਾਏ। ਮਹਾਰਾਜ ਤੁਹਾਡਾ ਜਿਹੜਾ ਸਿਰ ਹੈ ਨਾ, ਇਹਦਾ ਅਰਥ ਵਿਦਵਾਨਾਂ ਨੇ ਕੀਤਾ ਰਹੱਸ ਭੇਦ। ਤੁਹਾਡਾ ਜਿਹੜਾ ਰਹੱਸ ਭੇਦ ਹੈ ਨਾ, ਇਹਦਾ ਅੰਤ ਨਹੀਂ ਪਾਇਆ ਜਾ ਸਕਦਾ। ਕੋਈ ਤੁਹਾਡੀ ਰਮਜ ਨੂੰ ਨਹੀਂ ਸਮਝ ਸਕਦਾ। ਤੋਹਰਾ ਤੇਰੇ ਨਾਮ ਪਰ ਮੈਂ ਵਿਕਿਓ, ਦੌਲਤ ਖਾਸ ਪਠਾਨ। ਬਾਬਰ ਕਹਿੰਦਾ, ਸਤਿਗੁਰੂ ਮੈਂ ਤਾਂ ਤੁਹਾਡੇ ਨਾਮ ਤੇ ਹੀ ਵਿਕ ਗਿਆ ਆ। ਇਹ ਜਿਹੜਾ ਦੌਲਤ ਖਾਂ ਪਠਾਨ, ਇਹਦੇ ਹੱਥੋਂ ਵਿਕਿਆ। ਭਾਵ ਦੌਲਤ ਖਾਂ ਮੈਨੂੰ ਬੁਲਾ ਕੇ ਆਇਆ ਕਾਬਲ ਤੋਂ, ਤੁਹਾਡੀ ਮਹਿਮਾ ਸੁਣਾਈ, ਤੇ ਇਹਦੀ ਰਸਨਾ ਤੋਂ ਤੁਹਾਡੀ ਮਹਿਮਾ ਸੁਣ ਕੇ ਤੇ ਦਰਗਾਹ ਵਿੱਚ ਅੱਖੀਂ ਤੁਹਾਡੀ ਮਹਿਮਾ ਵੇਖ ਕੇ ਮੈਂ ਤੁਹਾਡੇ ਨਾਮ ਤੇ ਵਿਕ ਗਿਆ ਹਾਂ। ਅਬ ਚਾਹੋ ਸੋ ਕੀਜੀਏ ਆਪਣੀ ਲਾਜ ਪਛਾਣ। ਹੁਣ ਜੋ ਚਾਹੋ ਤੁਸੀਂ ਉਹ ਕਰ ਲਓ, ਆਪਣੀ ਲਾਜ ਨੂੰ ਪਛਾਣੋ। ਭਾਵ ਕਿ ਸਤਿਗੁਰ ਜੀਓ, ਮੈਂ ਤੁਹਾਡੇ ਬੋਲਾਂ ਕਰਕੇ ਇੱਥੇ ਆਇਆ ਹਾਂ, ਤੇ ਜਿਹੜੇ ਤੁਹਾਡੇ ਕਹੇ ਹੋਏ ਬਚਨ ਨੇ ਉਹਨਾਂ ਦੀ ਲਾਜ ਤੁਸੀਂ ਪਛਾਣਨਾ ਕਰੋ। ਜੋ ਪਈ ਯੋ ਸਤਿਗੁਰ ਸੁਣ ਭਇਓ ਦਿਆਲਾ। ਸਤਿਗੁਰਾਂ ਨੇ ਜਦੋਂ ਵਡਿਆਈ ਸੁਣੀ, ਮਹਿਮਾ ਸੁਣੀ, ਤੇ ਸਤਿਗੁਰ ਜੀ ਪ੍ਰਸੰਨ ਹੋ ਗਏ, ਖੁਸ਼ ਹੋ ਗਏ ਹਨ। ਭੰਗ ਥੈਲੋ ਮੰਗ ਲਿਓ ਤਤਕਾਲਾ। ਸਤਿਗੁਰ ਜੀ ਕਹਿੰਦੇ, ਇਸ ਤਰ੍ਹਾਂ ਕਰੋ, ਲਿਆਓ ਭਾਈ, ਜਿਹੜੀ ਭੇਟਾ ਲੈ ਕੇ ਆਇਆ ਹੈ, ਤੇ ਲਿਆ ਕੇ ਭੇਟਾ ਸਾਨੂੰ ਭੇਟ ਕਰ। ਕਹਿਓ ਲਿਆਓ ਮੂਠ ਪਾਏ ਦੇ ਝੋਲੀ। ਸਤਿਗੁਰੂ ਕਹਿੰਦੇ, ਜਿਹੜੀ ਭੇਟਾ ਲੈ ਕੇ ਆਇਆ ਨਾ ਭੰਗ ਦੀ, ਲਿਆ ਕੇ ਮੁੱਠਾਂ ਭਰ ਕੇ ਸਾਡੀ ਝੋਲੀ ਵਿੱਚ ਪਾ ਦੇ। ਬਾਬਰ ਤੁਤ ਵਹਿ ਥੈਲੀ ਖੋਲੀ। ਬਾਬਰ ਖੁਸ਼ ਹੋ ਗਿਆ। ਹੁਣ ਭੰਗ ਕਿਉਂ ਮੰਗਾਈ ਸੀ ਮਹਾਰਾਜ ਨੇ? ਲੈ ਕੇ ਤਾਂ ਬਾਬਰ ਹੀ ਆਇਆ ਸੀ ਨਾ, ਫਿਰ ਮੰਗੀ ਕਿਉਂ? ਇਹਦੇ ਅਰਥ ਬਾਅਦ ਵਿੱਚ ਕਰਦੇ ਆ, ਪਹਿਲਾਂ ਪ੍ਰਸੰਗ ਸੁਣ ਲਈਏ। ਬਾਬਰ ਤੁਰਤ ਵਹਿ ਥੈਲੀ ਖੋਲੀ। ਬਾਬਰ ਨੇ ਉਸੇ ਵਕਤ ਨਾਲ ਥੈਲੀ ਖੋਲ ਦਿੱਤੀ ਭੰਗ ਵਾਲੀ। ਸਤ ਮੁੱਠੀ ਪਰ ਝੋਲੀ ਪਾਈ। ਸਤਿਗੁਰੂ ਮਹਾਰਾਜ ਦੀ ਝੋਲੀ ਵਿੱਚ ਨਾ ਮੁੱਠੀ ਭਰ ਕੇ ਪਾਣ ਲੱਗ ਪਿਆ। ਉਹਨੇ ਵੀ ਸੋਚਿਆ ਵੀ ਸਾਧੂ ਲੋਕ ਸੁਖਾਦਿਕ ਪੀ ਲੈਂਦੇ, ਭੰਗ ਪੀ ਲੈਂਦੇ ਨੇ, ਤੇ ਉਹ ਤਾਂ ਇਹ ਸੋਚਦਾ ਰਿਹਾ ਵੀ ਚਲੋ ਕੋਈ ਨਹੀਂ ਛਕ ਲੈਣਗੇ। ਇੱਕ ਮੁੱਠੀ ਭਰ ਕੇ ਪਾਈ, ਫਿਰ ਦੂਜੀ ਮੁੱਠੀ ਪਾਈ। ਇਦਾਂ ਕਰਦਿਆਂ ਨਾ ਜਿੰਨੀ ਭੰਗ ਥੈਲੀ ਵਿੱਚ ਸੀ, ਉਹ 7 ਮੁੱਠਾਂ ਜਿਹੜੀਆਂ ਭਰ ਕੇ ਉਹਨੇ ਮਹਾਰਾਜ ਦੀ ਝੋਲੀ ਵਿੱਚ ਪਾ ਦਿੱਤੀਆਂ ਹਨ। ਪਿਛੋ ਝਾੜਨ ਥੈਲੀ ਮੁਧਾਈ। ਉਸ ਤੋਂ ਬਾਅਦ ਫਿਰ ਉਹ ਜਿਹੜੀ ਥੈਲੀ ਸੀ ਨਾ, ਮੁੱਧੀ ਕਰ ਦਿੱਤੀ, ਝਾੜ ਦਿੱਤੀ, ਵੀ ਜਿਹੜੀ ਥੋੜੀ ਬਾਤੀ ਵਿੱਚ ਰਹਿ ਗਈ ਸੀ ਨਾ, ਦੇਗ ਸੁੱਖਾ ਜਿਹੜਾ ਰਹਿ ਗਿਆ ਸੀ, ਭੰਗ ਰਹਿ ਗਈ, ਉਹ ਸਾਰੀ ਮੁੜ ਕੇ ਮਹਾਰਾਜ ਦੀ ਝੋਲੀ ਵਿੱਚ ਝਾੜ ਦਿੱਤੀ ਹੈ। ਭੰਗ ਮੁੱਠੀ ਸਤ ਦੀਨੀ ਡਾਰੀ। ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿਣ ਲੱਗੇ, ਬਾਬਰ ਤੂੰ ਸਾਨੂੰ 7 ਮੁੱਠਾਂ ਭੰਗ ਦੀਆਂ ਜਿਹੜੀਆਂ ਭੇਟ ਕੀਤੀਆਂ, ਸਾਡੀ ਝੋਲੀ ਵਿੱਚ ਪਾਈਆਂ ਹਨ। ਸਤ ਪਾਤਸ਼ਾਹੀ ਦੀਨੀ ਸਾਰੀ। ਜਾਂ ਤੈਨੂੰ ਅਸੀਂ 7 ਪਾਤਸ਼ਾਹੀਆਂ ਦਾ ਰਾਜ ਹਿੰਦੁਸਤਾਨ ਦਾ ਬਖਸ਼ਿਸ਼ ਕੀਤਾ। ਤੂੰ 7 ਮੁੱਠਾਂ ਭੰਗ ਦੀਆਂ ਦਿੱਤੀਆਂ,
ਤੇ ਅਸਾਂ ਨੇ ਤੈਨੂੰ 7 ਪੁਸਤਾਂ ਦਾ ਰਾਜ ਹਿੰਦੁਸਤਾਨ ਦਾ ਬਖਸ਼ਿਆ ਹੈ। ਚੜੀ ਡਿੱਠੀ ਕਛੂ ਔਰ ਵੀ ਤਈ। ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿਣ ਲੱਗੇ ਹਨ ਕਿ ਤੇਰੇ ਮਨ ਦੇ ਅੰਦਰ ਲਾਲਸਾ ਸੀ ਨਾ, ਤੇਰੇ ਅੰਦਰ ਲਾਲਸਾ ਸੀ, ਪਾਤਸ਼ਾਹੀ ਦੀ ਤੈਨੂੰ ਦੇ ਦਿੱਤੀ, ਪਰ ਜਿਹੜੀ ਥੈਲੀ ਝਾੜੀ ਹੈ ਨਾ ਸਾਡੀ ਝੋਲੀ ਵਿੱਚ, ਇਹਦਾ ਵੀ ਕੋਈ ਮਤਲਬ ਹੈ। ਝੜੀ ਡਿੱਠੀ ਕਛ ਔਰ ਵੀ ਤਈ, ਜਿਹੜੀ ਮਾੜੀ ਮੋਟੀ ਰਹਿ ਗਈ ਸੀ ਨਾ, ਤੂੰ ਸਾਡੀ ਝੋਲੀ ਵਿੱਚ ਜਿਹੜੀ ਭੰਗ ਸੀ ਉਹ ਝਾੜ ਦਿੱਤੀ, ਇਹਦਾ ਵੀ ਕੋਈ ਮਤਲਬ ਹੈ। ਤੇ ਚਾਹੂ ਮੈਂ ਤੁਮ ਤੇ ਲਈ। ਸਤਿਗੁਰੂ ਜੀ ਕਹਿੰਦੇ ਫਿਰ ਇਹਦਾ ਮਤਲਬ ਇਹ ਹੈ, 7 ਮੁੱਠਾਂ ਭੰਗ ਦੀਆਂ ਦੇ ਦਿੱਤੀਆਂ, 7 ਪੁਸਤਾਂ ਦਾ ਰਾਜ, ਇਹ ਜਿਹੜੀ ਥੈਲੀ ਝਾੜੀ ਹੈ, ਇਹਦਾ ਮਤਲਬ ਇਹ ਹੈ ਵੀ ਕਿ ਮੈਂ ਤੇਰੇ ਕੋਲੋਂ ਇਹ ਵਾਪਸ ਵੀ ਲੈਣੀ ਹੈ। ਤੈਨੂੰ ਬਾਦਸ਼ਾਹੀ ਦੇ ਦਿੱਤੀ, ਪਰ ਤੇਰੇ ਕੋਲੋਂ ਵਾਪਸ ਵੀ ਮੈਂ ਬਾਦਸ਼ਾਹੀ ਜ਼ਰੂਰ ਲੈਣੀ ਹੈ। ਭੰਗ ਮੁੱਠੀ ਭਰ ਜੋ ਮੈਂ ਦਈ। ਸਤਿਗੁਰੂ ਮਹਾਰਾਜ ਕਹਿਣ ਲੱਗੇ ਮੈਨੂੰ ਆ ਭੰਗ ਦੀਆਂ ਮੁੱਠਾਂ ਭਰ ਕੇ ਜਿਹੜੀਆਂ ਭੇਟ ਕੀਤੀਆਂ ਹਨ, ਪਾਏ ਦੇ ਉਹ ਸਭ ਤਈ। ਸਤਿਗੁਰੂ ਕਹਿੰਦੇ ਇਹਦੇ ਬਦਲੇ ਰਾਜ ਦਿੱਤਾ ਹੈ, ਤੇ ਹਜ਼ੂਰ ਕਹਿੰਦੇ ਸਮਾਂ ਆਏਗਾ ਤੇ ਤੇਰੇ ਕੋਲੋਂ ਤੇਰਾ ਰਾਜ ਭਾਗ ਜਿਹੜਾ ਵਾਪਸ ਵੀ ਜ਼ਰੂਰ ਲਵਾਂਗੇ। ਦੋਹਰਾ ਭੰਗ ਬਦਲੇ ਸਭ ਹਿੰਦ ਦਈ। ਇਹ ਬੇਪਰਵਾਹੀ ਕੀਨ। ਇਹ ਬੇਪਰਵਾਹੀ ਕੀਤੀ ਗੁਰੂ ਨਾਨਕ ਸਾਹਿਬ ਨੇ ਕਿ ਭੰਗ ਦੇ ਬਦਲੇ ਪਾਤਸ਼ਾਹੀ ਦੇ ਦਿੱਤੀ। ਇੱਕ ਤੁਸੀਂ ਕਹਾਵਤ ਹੁਣ ਸੁਣੀ ਹੋਣੀ ਹੈ ਵੀ ਸਾਨੂੰ ਤਾਂ ਫਲਾਣੀ ਚੀਜ਼ ਜੀ ਭੰਗ ਦੇ ਪਹਾੜੇ ਮਿਲ ਗਈ। ਭੰਗ ਦੀ ਕੀ ਕੀਮਤ ਹੁੰਦੀ ਹੈ, ਥਾਂ ਥਾਂ ਤੇ ਉੱਗੀ ਹੁੰਦੀ ਹੈ। ਭੰਗ ਦੇ ਬਦਲੇ ਕੋਈ ਚੀਜ਼ ਮਿਲਦੀ ਹੈ, ਉਹ ਵੀ ਪਾਤਸ਼ਾਹੀ, ਜਿਹੜੀ ਪਾਤਸ਼ਾਹੀ ਬਿਨਾਂ ਜੰਗ ਤੋਂ ਨਹੀਂ ਮਿਲਦੀ, ਜਿਹੜੀ ਪਾਤਸ਼ਾਹੀ ਬਿਨਾਂ ਜੰਗ ਤੋਂ ਨਹੀਂ ਮਿਲਦੀ, ਉਹ ਵੀ ਹਿੰਦੁਸਤਾਨ ਵਰਗੇ ਵੱਡੇ ਮੁਲਕ ਦੀ ਪਾਤਸ਼ਾਹੀ। ਮਹਾਰਾਜ ਗੁਰੂ ਨਾਨਕ ਸਾਹਿਬ ਨੇ ਭੰਗ ਦੇ ਪਹਾੜੇ ਉਹ ਪਾਤਸ਼ਾਹੀ ਜਿਹੜੀ ਸੀ ਨਾ, ਉਹ ਬਾਬਰ ਨੂੰ ਦਿੱਤੀ, ਤੇ ਸਤਿਗੁਰਾਂ ਨੇ ਬਾਬਰ ਨੂੰ ਜਿਤਾਇਆ ਕਿ ਸਾਡੇ ਵਾਸਤੇ ਇਹਦੀ ਕੀਮਤ ਤਾਂ ਭੰਗ ਤੋਂ ਜ਼ਿਆਦਾ ਨਹੀਂ, ਇਹ ਤੇਰੇ ਵਾਸਤੇ ਪਾਤਸ਼ਾਹੀ ਹੋਏਗੀ, ਸਾਡੇ ਵਾਸਤੇ ਇਹਦੀ ਕੀਮਤ ਭੰਗ ਤੋਂ ਜ਼ਿਆਦਾ ਨਹੀਂ। ਲੈ ਚੁੱਕ ਪਾਤਸ਼ਾਹੀ, ਤੈਨੂੰ ਚਾਹੀਦੀ ਹੈ, ਲੈ ਹਿੰਦੁਸਤਾਨ ਦੀ ਪਾਤਸ਼ਾਹੀ ਨੂੰ ਮਾਣ, ਪਰ ਸਮਾਂ ਆਏਗਾ ਤੇਰੇ ਕੋਲੋਂ ਵਾਪਸ ਵੀ ਲਵਾਂਗੇ। ਇੱਕ ਸ਼ਬਦ ਉਚਾਰਿਆ ਮਹਾਰਾਜ ਨੇ, ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਵਿੱਚ ਦਰਜ ਹੈ, ਪਾਓ ਤੇਰਾ ਭਾਂਗ ਖਲੜੀ ਮੇਰਾ ਚੀਤ, ਮੈਂ ਦੀਵਾਨਾ ਭਇਆ ਤੀਤ, ਕਰ ਕਾਸਾ ਦਰਸ਼ਨ ਕੀ ਭੂਖ, ਮੈਂ ਦਰ ਮੰਗੋ ਨੀਤਾ ਨੀ, ਤਉ ਦਰਸ਼ਨ ਕੀ ਕਰੋ ਸਮਾਏ, ਤਉ ਦਰ ਮੰਗਤ ਭੀਖਿਆ ਪਾਏ। ਇਹ ਜਿਹੜਾ ਪਾਵਨ ਸ਼ਬਦ ਰਾਗ ਤਰੰਗ ਵਿੱਚ ਸ਼ੋਭਤ ਹੈ। ਮਹਾਰਾਜ ਕਹਿੰਦੇ ਨੇ ਪਾਓ ਤੇਰਾ ਭਾਂਗ, ਮੈਨੂੰ ਆ ਭੰਗ ਦੀ ਲੋੜ ਨਹੀਂ ਜਿਹੜੀ ਤੂੰ ਦਿੱਤੀ। ਤੂੰ ਇਹ ਨਾ ਸੋਚੀ ਕਿ ਜੇ ਭੰਗ ਮੈਨੂੰ ਭੇਟ ਕਰ ਦਿੱਤੀ ਹੈ ਤੇ ਅਸੀਂ ਘੋਟ ਕੇ ਛਕਣੀ ਹੋਣੀ, ਨਹੀਂ ਬਾਬਰ, ਅਸਲ ਵਿੱਚ ਤੇਰਾ ਅੰਦਰ ਦਾ ਭਾਵ ਜਿਹੜਾ ਹੈ ਨਾ, ਉਹੀ ਸਾਡੇ ਲਈ ਭੰਗ ਹੈ। ਪਾਓ ਤੇਰਾ ਭਾਂਗ, ਇਹਦਾ ਅੰਤਰੀਵ ਅਰਥ ਹੈ ਵਾਹਿਗੁਰੂ ਤੇਰਾ ਭਾਵ, ਤੇਰਾ ਪ੍ਰੇਮ ਜਿਹੜਾ ਹੈ, ਅਸਲ ਵਿੱਚ ਸਾਡੇ ਵਾਸਤੇ ਇਹੀ ਭੰਗ ਹੈ। ਪਾਓ ਤੇਰਾ ਭਾਂਗ ਖਲੜੀ ਮੇਰਾ ਚੀਤ, ਮੈਂ ਦੀਵਾਨਾ ਭਇਆ ਤੀਤ। ਇਹ ਸ਼ਬਦ ਮੇਰੇ ਪਾਤਸ਼ਾਹ ਨੇ ਉੱਥੇ ਉਚਾਰਨ ਕੀਤਾ ਜਦੋਂ ਬਾਬਰ ਨੂੰ ਮਹਾਰਾਜ ਨੇ 7 ਪੁਸਤਾਂ ਦੀ ਪਾਤਸ਼ਾਹੀ ਬਖਸ਼ਿਸ਼ ਕੀਤੀ ਹੈ। ਕਿਉਂਕਿ ਗੁਰੂ ਗ੍ਰੰਥ ਸਾਹਿਬ ਜੀ ਦੀ ਜਿੰਨੀ ਵੀ ਗੁਰਬਾਣੀ ਹੈ, ਇਹ ਸਾਰੀ ਗੁਰਬਾਣੀ ਜਾਂ ਤਾਂ ਪ੍ਰੇਮ ਦੇ ਵਿੱਚ ਆ ਕੇ ਮਹਾਰਾਜ ਨੇ ਉਚਾਰਨ ਕੀਤੀ, ਜਾਂ ਫਿਰ ਕਿਸੇ ਦੇ ਪ੍ਰਥਾਏ ਉਚਾਰਨ ਕੀਤੀ, ਜਿਹਨੂੰ ਮਹਾਰਾਜ ਬਾਣੀ ਵਿੱਚ ਕਹਿੰਦੇ ਵੀ ਪ੍ਰਥਾਏ ਸਾਖੀ ਮਹਾਂਪੁਰਖ ਬੋਲਦੇ ਸਾਂਝੀ ਸਗਲ ਜਹਾਨ ਹੈ। ਇਹ ਪ੍ਰਥਾਏ ਕਿਸੇ ਦੇ ਪ੍ਰਤੀ ਉਚਾਰਨ ਕੀਤੀ, ਜਾਂ ਫਿਰ ਜਦੋਂ ਕੁਝ ਹੋ ਰਿਹਾ ਹੈ ਉਹਨੂੰ ਵੇਖ ਕੇ ਬਾਣੀ ਉਚਾਰੀ। ਗਗਨ ਮੈਂ ਥਾਲ ਰਵ ਚੰਦ ਦੀਪਕ ਬਨੇ, ਤਾਰਕਾ ਮੰਡਲ ਜਨਕ ਮੋਤੀ। ਜਦੋਂ ਆਰਤੀ ਉਚਾਰੀ ਜਗਨਨਾਥ ਦੇ ਮੰਦਿਰ ਵਿੱਚ, ਤੇ ਉੱਥੋਂ ਦੀ ਆਰਤੀ ਜਦੋਂ ਪੰਡਤ ਕਰ ਰਹੇ ਸਨ, ਮਹਾਰਾਜ ਗੁਰੂ ਨਾਨਕ ਸਾਹਿਬ ਨੇ ਉਹ ਆਰਤੀ ਵੇਖੀ। ਨਹੀਂ, ਆਓ ਤੁਹਾਨੂੰ ਦਿਖਾਵਾਂ ਸੱਚ ਦੀ ਆਰਤੀ ਕੀ ਹੈ। ਲਾਹੌਰ ਸ਼ਹਿਰ ਜ਼ਹਿਰ ਕਹਿਰ ਸਵਾ ਪਹਿਰ, ਇਹ ਬਾਣੀ ਉਚਾਰੀ ਗੁਰੂ ਨਾਨਕ ਸਾਹਿਬ ਨੇ। ਜਦੋਂ ਲਾਹੌਰ ਦੇ ਵਿੱਚੋਂ ਲੰਘੇ ਤੇ ਕਸਾਈ ਗਊਆਂ ਨੂੰ ਮਾਰਦੇ ਪਏ ਸਨ, ਫਿਰ ਵੇਖ ਕੇ ਬਾਣੀ ਉਚਾਰੀ। ਇਹ 3 ਕਾਰਨ ਸਨ ਬਾਣੀ ਉਚਾਰਨ ਦੇ। ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਕਹਿੰਦੇ ਨੇ ਭੰਗ ਬਦਲੇ ਸਭ ਹਿੰਦ ਦਈ। ਕਿੱਡੀ ਵੱਡੀ ਗੱਲ ਹੈ ਵੀ ਭੰਗ ਦੇ ਬਦਲੇ ਸਾਰਾ ਹਿੰਦੁਸਤਾਨ ਬਾਬਰ ਨੂੰ ਦੇ ਦਿੱਤਾ। ਇਹ ਬੇਪਰਵਾਹੀ ਸਤਿਗੁਰਾਂ ਨੇ ਕੀਤੀ ਹੈ। ਜਿਵ ਪਸ ਮੰਤਰ ਦੇਈ ਪਰ ਦਖ ਸਿਰ ਸ਼ਿਵ ਨਿਜ ਲੀਨ। ਪਰ ਉਥੇ ਭਾਈ ਰਤਨ ਸਿੰਘ ਜੀ ਕਹਿੰਦੇ ਕਿ ਭਸਮੰਤਰ ਦੈਂਤ, ਜਿਹਦੀ ਆਪਾਂ ਕਥਾ ਕਈ ਵਾਰੀ ਸੁਣੀ, ਭਸਮਾਸੁਰ ਸ਼ਿਵ ਜੀ ਕੋਲੋਂ ਵਰ ਲਿਆ, ਜਿਹਦੇ ਸਿਰ ਤੇ ਹੱਥ ਰੱਖਣ ਨੂੰ ਭਸਮ ਕਰਦੇ ਆ, ਅਖੀਰ ਉਹ ਸ਼ਿਵ ਜੀ ਨੂੰ ਹੀ ਭਸਮ ਕਰਨ ਤੁਰ ਪਿਆ।
ਵਰ ਦਿੱਤਾ ਸੀ, ਮੁੜ ਕੇ ਉਹ ਆਪ ਹੀ ਦੁਖੀ ਹੋ ਗਿਆ ਸ਼ਿਵ ਜੀ ਉਹਨੂੰ ਵਰ ਦੇ ਕੇ। ਅਖੀਰ ਵਿਸ਼ਨੂੰ ਨੇ ਮਦਦ ਕੀਤੀ ਵੀ ਉਹ ਤਾਂ ਦੀਵਾਨਾ ਹੈ, ਸੁੱਖਾ ਭੰਗ ਪੀ ਕੇ ਮਸਤ ਰਹਿੰਦਾ, ਸੱਪ ਗਲ 'ਚ ਪਾਏ ਨੇ, ਵੀ ਉਹਦਾ ਵਰ ਥੋੜਾ ਕਿਤੇ ਚੱਲਣਾ। ਪਰਖ ਕੇ ਵੇਖ ਲੈ। ਕਹਿੰਦਾ ਜੀ ਕਿਵੇਂ? ਕਹਿੰਦੇ ਆਪਣੇ ਸਿਰ ਤੇ ਹੱਥ ਰੱਖ। ਉਹਨੇ ਆਪਣੇ ਸਿਰ ਤੇ ਹੱਥ ਰੱਖਿਆ ਤੇ ਸਵਾਹ ਹੋ ਗਿਆ। ਉਹ ਦੈਂਤ ਦਾ ਨਾਮ ਸੀ ਭਸਮਾਸੁਰ, ਉਹਨੂੰ ਭਸਮੰਤਰ ਵੀ ਕਹਿੰਦੇ ਨੇ। ਹੁਣ ਸ਼ਿਵ ਜੀ ਨੇ ਭਸਮੰਤਰ ਨੂੰ ਵਰ ਤਾਂ ਦੇ ਦਿੱਤਾ, ਦਖ ਸਿਰ ਪਰ ਸ਼ਿਵ ਨਿਜ ਲੀਨ। ਅਖੀਰ ਉਹ ਜਿਹੜਾ ਦੁੱਖ ਸੀ ਨਾ ਸ਼ਿਵ ਜੀ ਨੂੰ ਆਪ ਸਹਾਰਨਾ ਪਿਆ, ਕਿਉਂਕਿ ਉਹਦੇ ਪਿੱਛੇ ਉਹ ਤੁਰਿਆ। ਇਹ ਉਦਾਹਰਣ ਦੇਣ ਦਾ ਭਾਵ ਹੈ ਕਿ ਗੁਰੂ ਸਾਹਿਬ ਜੀ ਨੇ ਮੁਗਲਾਂ ਨੂੰ ਪਾਤਸ਼ਾਹੀ ਤਾਂ ਦੇ ਦਿੱਤੀ, ਪਰ ਉਹੀ ਮੁਗਲ ਗੁਰੂ ਘਰ ਦੇ ਵੈਰੀ ਬਣ ਗਏ। ਅਖੀਰ ਉਹਨਾਂ ਨੇ ਗੁਰੂ ਅਰਜਨ ਦੇਵ ਸਾਹਿਬ 9ਵੇਂ ਪਾਤਸ਼ਾਹ 10ਵੇਂ ਪਾਤਸ਼ਾਹ ਨਾਲ ਜੰਗ ਹੋਏ, ਫਿਰ ਅੱਗੋਂ ਸਾਹਿਬਜ਼ਾਦੇ ਸ਼ਹੀਦ ਕਰ ਦਿੱਤੇ। ਤੇ ਸਤਿਗੁਰਾਂ ਨੇ ਜਿਹੜੇ ਦੁੱਖ ਸਾਨੂੰ ਆਪਣੇ ਪਰਿਵਾਰ ਦੇ ਉੱਪਰ ਸਹਾਰੇ, ਤੇ ਉਹ ਮੁਗਲਾਂ ਨੇ ਦੁੱਖ ਦਿੱਤੇ ਜਿਨ੍ਹਾਂ ਨੂੰ ਬਾਦਸ਼ਾਹੀ ਮਹਾਰਾਜ ਨੇ ਦਿੱਤੀ ਹੈ। ਸਤਿਗੁਰਾਂ ਨੇ ਜਦੋਂ ਬਚਨ ਆਖੇ ਕਿ ਬਾਬਰ ਭੰਗ ਦੇ ਬਦਲੇ ਅਸੀਂ ਸਾਰਾ ਹਿੰਦੁਸਤਾਨ ਤੈਨੂੰ ਦੇ ਦਿੱਤਾ ਹੈ, ਸਤਿਗੁਰੂ ਕਹਿੰਦੇ ਪਰ ਤੇਰੇ ਨਾਲ ਇਹ ਵੀ ਇਕਰਾਰ ਅਸੀਂ ਕੀਤਾ ਹੈ ਕਿ ਜਦੋਂ ਸਮਾਂ ਆਏਗਾ ਤੇਰੇ ਕੋਲੋਂ ਪਾਤਸ਼ਾਹੀ ਵੀ ਅਸੀਂ ਵਾਪਸ ਲਵਾਂਗੇ। ਜਦੋਂ ਸਤਿਗੁਰੂ ਜੀ ਨੇ ਅਜਿਹੇ ਬਚਨ ਆਖੇ, ਹੇ ਸੁਲਤਾਨ ਬਾਬਰ ਸਾਡੇ ਬਚਨ ਸੁਣ। ਸਤਿਗੁਰੂ ਕਹਿੰਦੇ ਫਿਰ ਹੂੰ ਨਹਿ ਜਬ ਹੋਏਗੋ, ਹਲੇ ਨਹੀਂ, ਤੇਰੇ ਕੋਲੋਂ ਨਹੀਂ ਲੈਂਦੇ। ਜਦੋਂ ਤੂੰ ਮਰ ਜਾਏਗਾ, ਜਦੋਂ ਤੂੰ ਨਹੀਂ ਨਾ ਹੋਵੇਂਗਾ, ਫਿਰ ਅਸੀਂ ਆਪਣੇ ਤਾਣ ਦੇ ਨਾਲ, ਆਪਣੀ ਤਾਕਤ ਨਾਲ ਪਾਤਸ਼ਾਹੀ ਤੇਰੇ ਕੋਲੋਂ ਖੋਵਾਂਗੇ। ਕਿਉਂਕਿ ਜਿਹੜਾ ਪਾਤਸ਼ਾਹੀ ਭੰਗ ਦੇ ਬਦਲੇ ਦੇਣ ਦੀ ਤਾਕਤ ਰੱਖਦਾ ਤੇ ਫਿਰ ਉਹ ਲੈਣ ਦੀ ਸਮਰੱਥਾ ਵੀ ਤਾਂ ਰੱਖਦਾ ਨਾ। ਫਿਰ ਆਪਣਾ ਤਾਣ ਲਾ ਕੇ, ਬਲ ਲਾ ਕੇ ਤੇਰੇ ਕੋਲੋਂ ਪਾਤਸ਼ਾਹੀ ਵਾਪਸ ਲੈ ਲਵਾਂਗੇ। ਸਤਿਗੁਰਾਂ ਦੇ ਬਚਨ ਸੁਣ ਕੇ ਫਿਰ ਬਾਬਰ ਬਾਦਸ਼ਾਹ ਬਚਨ ਕਹਿਣ ਲੱਗਾ, ਕਹਿੰਦਾ ਜੀ ਵਡੇਰੇ ਕਹਿੰਦੇ ਨੇ ਵੀ ਕੋਈ ਚੀਜ਼ ਦੇ ਕੇ ਵਾਪਸ ਲੈ ਲੈਣੀ ਥੁੱਕ ਛੱਟਣ ਦੇ ਬਰਾਬਰ ਹੈ। ਕਹਾਵਤ ਬਣੀ ਹੋਈ ਨਾ ਵੀ ਪਹਿਲਾਂ ਕਿਸੇ ਨੂੰ ਤੋਹਫਾ ਦੇ ਦਿਓ ਫਿਰ ਆਖੋ ਜੀ ਵਾਪਸ ਦੇ ਸਾਡਾ। ਹੁਣ ਉਹ ਤਾਂ ਫਿਰ ਗੱਲ ਹੋ ਗਈ ਨਾ ਵੀ ਥੁੱਕੇ ਚੱਟਣ ਵਾਲੀ ਗੱਲ। ਵੀ ਵੱਡੇ ਵਡੇਰੇ ਇਹ ਗੱਲ ਕਹਿੰਦੇ ਹਨ, ਕੋਈ ਚੀਜ਼ ਪਹਿਲਾਂ ਦੇ ਦੇਣੀ ਫਿਰ ਅਗਲੇ ਕੋਲੋਂ ਖੋ ਵੀ ਲੈਣੀ। ਇਹ ਤਾਂ ਫਿਰ ਇਸ ਤਰ੍ਹਾਂ ਹੈ, ਕਹਿੰਦੇ ਮੁੱਖ ਜਿਮ ਚੱਟਣ ਹੈ, ਵੀ ਥੁੱਕ ਲੈਣਾ ਤੇ ਫਿਰ ਮੁੱਖ ਨਾਲ ਚੱਟ ਲੈਣਾ। ਇਹ ਤਾਂ ਇਸ ਤਰ੍ਹਾਂ ਹੋਇਆ ਵੀ ਕੋਈ ਚੀਜ਼ ਦੇ ਕੇ ਵਾਪਸ ਲੈ ਲਈ ਤੇ ਫਿਰ ਨਿੰਦਿਆ ਹੋਈ। ਤੁਸੀਂ ਕਿਸੇ ਨੂੰ ਤੋਹਫਾ ਦੇ ਦਿਓ ਫਿਰ ਕਹੋ ਜੀ ਵਾਪਸ ਦੇ ਦੇ, ਮੈਨੂੰ ਵਾਪਸ ਚਾਹੀਦਾ। ਹੁਣ ਤੋਹਫਾ ਤਾਂ ਵਾਪਸ ਲਿਆ ਨਹੀਂ ਨਾ ਜਾਂਦਾ, ਭਾਵੇਂ ਕੱਖ ਦਾ ਹੋਵੇ ਭਾਵੇਂ ਲੱਖ ਦਾ ਹੋਵੇ, ਇੱਕ ਵਾਰ ਦੇਤਾ ਤੇ ਦੇਤਾ। ਤੋਹਫਾ ਨਹੀਂ ਵਾਪਸ ਕਦੀ ਲਈਦਾ ਹੁੰਦਾ। ਤੇ ਜੇ ਆਪਾਂ ਮੰਗਣ ਜਾਈਏ ਅਗਲੇ ਕੋਲੋਂ ਵੀ ਮੇਰੀ ਚੀਜ਼ ਦੇ, ਮੈਂ ਤੈਨੂੰ ਦਿੱਤੀ ਸੀ, ਤੇ ਲੋਕ ਫਿਰ ਨਿੰਦਿਆ ਵੀ ਕਰਦੇ ਨੇ ਵੀ ਇਹ ਪਹਿਲਾਂ ਗਿਫਟ ਦੇ ਗਿਆ, ਤੋਹਫਾ ਦੇ ਗਿਆ ਤੇ ਹੁਣ ਵਾਪਸ ਮੰਗਣ ਆ ਗਿਆ। ਇਸ ਤਰ੍ਹਾਂ ਵੀ ਤੁਸੀਂ ਜਿਹੜੀ ਇਹ ਸਾਨੂੰ ਹਿੰਦੁਸਤਾਨ ਦੀ ਬਾਦਸ਼ਾਹੀ ਦਿੱਤੀ ਹੈ ਨਾ, ਜੇ ਤੁਸੀਂ ਵਾਪਸ ਲਓਗੇ ਤੇ ਇਹਦੇ ਨਾਲ ਫਿਰ ਅਪਜਸ ਹੋਵੇਗਾ, ਨਿੰਦਿਆ ਹੋਵੇਗੀ। ਸਤਿਗੁਰੂ ਜੀ ਬਾਬਰ ਨੂੰ ਫਿਰ ਬਚਨ ਕਹਿਣ ਲੱਗੇ, ਬਾਬਰ ਸੁਣ, ਜੋ ਪਾਤਸ਼ਾਹੀ ਤੈਨੂੰ ਦਿੱਤੀ ਹੈ ਤੇ ਮੁੜ ਕੇ ਉਹ ਵਾਪਸ ਵੀ ਅਸੀਂ ਜ਼ਰੂਰ ਲੈਣੀ ਹੈ। ਸਤਿਗੁਰੂ ਕਹਿੰਦੇ ਇਹ ਅਸਲ ਵਿੱਚ ਮੁਕਤ ਦੀ ਨਿਆਮਤ ਹੈ ਨਾ, ਤੂੰ ਕਿਹੜਾ ਜੰਗ ਕਰਕੇ ਲਈ ਹੈ ਪਾਤਸ਼ਾਹੀ। ਭੰਗ ਦੇ ਪਹਾੜੇ 7 ਪੁਸਤਾਂ ਦਾ ਰਾਜ ਮਿਲਿਆ ਤੈਨੂੰ, ਤੇ ਸਤਿਗੁਰੂ ਕਹਿੰਦੇ ਮੁਕਤ ਦੀ ਨਿਆਮਤ ਦੀ ਕਦਰ ਨਹੀਂ ਹੁੰਦੀ। ਤੇ ਜਦੋਂ ਮੁਕਤ ਦੀ ਨਿਆਮਤ ਦੀ ਕਦਰ ਨਾ ਹੋਵੇ ਤੇ ਫਿਰ ਉਹ ਚੀਜ਼ ਵਾਪਸ ਲੈ ਲੈਣੀ ਚਾਹੀਦੀ ਹੈ। ਰਾਖ ਨਾ ਸਕਤ ਕੋਏ, ਮੁਕਤ ਦੀ ਨਿਆਮਤ ਨੂੰ ਕੋਈ ਰੱਖ ਨਹੀਂ ਸਕਦਾ। ਇੱਕ ਸੂਫੀ ਸੰਤ ਸੀ ਮਨਸੂਰ, ਉਹਨੇ ਵੀ ਮੁਕਤ ਦੀ ਨਿਆਮਤ ਜਿਹੜੀ ਉਹ ਪ੍ਰਾਪਤ ਕੀਤੀ ਹੈ। ਰੱਖ ਨਾ ਜਾਣੀ ਕਿਨੇ ਜਿੰਦ ਸੰਗ ਲੈ ਗਈ ਲੀਨੀ। ਕਹਿੰਦੇ ਨੇ ਕਿਸੇ ਵਿਦਾਂਤੀ ਦੇ ਨਾਲ ਮੇਲ ਹੋਇਆ, ਹਿੰਦੁਸਤਾਨ ਵਿੱਚ ਆ ਗਏ ਸਨ ਮਨਸੂਰ, ਤੇ ਵਿਦਾਂਤ ਸ਼ਾਸਤਰ ਤੋਂ ਪ੍ਰਭਾਵਿਤ ਹੋ ਕੇ ਤੇ ਉਹ ਸ਼ਾਸਤਰ ਪੜ੍ਹ ਕੇ ਉਹਦਾ ਗਿਆਨ ਪ੍ਰਾਪਤ ਕਰਕੇ ਮਨਸੂਰ ਅਨਲ ਹੱਕ ਦਾ ਜਾਪ ਜਪਣ ਲੱਗੇ ਵੀ ਮੈਂ ਖੁਦਾ ਹਾਂ। ਕਰਾਮਾਤ ਵੀ ਆ ਗਈ ਅਖੀਰ ਉਹਨਾਂ ਦੇ ਕੋਲ। ਤੇ ਕਹਿੰਦੇ ਫਿਰ ਇਸ ਪ੍ਰਕਾਰ ਉਹਨੂੰ ਰੱਖ ਨਹੀਂ ਸਕੇ, ਸੰਭਾਲ ਨਹੀਂ ਸਕੇ। ਇੱਕ ਕਥਾ ਹੋਰ ਵੀ ਪੜ੍ਹਨ ਨੂੰ ਮਿਲੀ ਕਿ
ਇੱਕ ਬਾਦਸ਼ਾਹ ਸੀਗਾ ਮੁਲਤਾਨ ਦਾ, ਉਹਦੀ ਬੇਟੀ ਦਾ ਨਾਮ ਵੀ ਅਨਲ ਹੱਕ ਸੀਗਾ। ਤੇ ਉਹ ਇਹ ਸੋਚਦਾ ਰਿਹਾ ਵੀ ਸ਼ਾਇਦ ਕਿਤੇ ਮੇਰੀ ਬੇਟੀ ਦਾ ਨਾਂ ਲੈਂਦਾ, ਉਹਨੇ ਪੁੱਠੀ ਖੱਲ ਲੁਹਾ ਦਿੱਤੀ ਵੀ ਇਹ ਵੀ ਪੜ੍ਹਨ ਨੂੰ ਮਿਲਿਆ। ਵੈਸੇ ਕਾਜੀ ਮੁਲਾਣਿਆਂ ਨੇ ਮਰਵਾ ਦਿੱਤਾ ਮਨਸੂਰ ਅਨਲ ਹੱਕ ਦਾ, ਜਦੋਂ ਉਹਨੇ ਜਾਪ ਜਪਿਆ ਵੀ ਤੂੰ ਤਾਂ ਖੁਦਾ ਦਾ ਸ਼ਰੀਕ ਬਣ ਗਿਆ, ਵੀ ਆਪਣੇ ਆਪ ਨੂੰ ਰੱਬ ਕਹੀ ਜਾਂਦਾ ਹੈ। ਇਸ ਤਰ੍ਹਾਂ ਪੁੱਠੀ ਖੱਲ ਲੁਹਾ ਦਿੱਤੀ ਮਨਸੂਰ ਦੀ। ਮਹਾਰਾਜ ਕਹਿੰਦੇ ਉਹਨੂੰ ਵੀ ਮੁਫਤ ਦੀ ਨਿਆਮਤ ਪ੍ਰਾਪਤ ਹੋਈ ਸੀ ਤੇ ਸੰਭਾਲ ਕੇ ਨਹੀਂ ਰੱਖ ਸਕਿਆ, ਉਹਦੀ ਜਿੰਦ ਚਲੀ ਗਈ ਹੈ। ਮੁਕਤ ਨਿਆਮਤ ਹੈ ਕਪੂਰ ਪਾਏ ਜਿਉ ਰਖਨੋ। ਇਸ ਤਰ੍ਹਾਂ ਜਿਵੇਂ ਕਪੂਰ ਲੈ ਲਓ, ਕਪੂਰ ਨੂੰ ਲੈ ਕੇ ਕਿਸੇ ਭਾਂਡੇ ਦੇ ਵਿੱਚ ਰੱਖ ਲਓ, ਜੋ ਮਿਲ ਅਗਨ ਉੱਡ ਜਾਏ ਭਾਂਡਾ ਰਹੇ ਸਖਨੋ। ਜੇ ਕਪੂਰ ਨੂੰ ਅੱਗ ਲੱਗ ਜਾਏ ਨਾ ਤਾਂ ਉੱਡ ਜਾਂਦੀ, ਉਹ ਰਹਿੰਦੀ ਕੋਈ ਨਹੀਂ, ਭਾਂਡਾ ਖਾਲੀ ਦਾ ਖਾਲੀ ਰਹਿ ਜਾਂਦਾ ਹੈ। ਮੁਕਤ ਦੀ ਨਿਆਮਤ ਅਸਲ ਵਿੱਚ ਕਪੂਰ ਦੇ ਵਾਂਗੂ ਹੁੰਦੀ ਹੈ, ਉਹ ਬਹੁਤੀ ਦੇਰ ਰਹਿੰਦੀ ਨਹੀਂ। ਦੋਹਰਾ ਤਬ ਸਤਿਗੁਰ ਬਾਬਰ ਕਹਿਓ ਤੂੰ ਹਮ ਉਪਕਾਰ ਵਿਸਾਰ। ਸਤਿਗੁਰ ਜੀ ਬਾਬਰ ਨੂੰ ਕਹਿਣ ਲੱਗੇ, ਬਾਬਰ ਪਾਤਸ਼ਾਹੀ ਇਦਾਂ ਨਹੀਂ ਲਵਾਂਗੇ, ਜੇ ਪਾਤਸ਼ਾਹੀ ਦਿੱਤੀ ਹੈ ਨਾ ਤੇ ਇਹਦਾ ਮਤਲਬ ਇਹ ਨਹੀਂ ਵੀ ਤੇਰੇ ਕੋਲ ਖੋਵਾਂਗੇ। ਖੋਣ ਦਾ ਇੱਕ ਬਹੁਤ ਵੱਡਾ ਕਾਰਨ ਹੈ, ਜੇ ਤੂੰ ਸਾਡਾ ਕੀਤਾ ਹੋਇਆ ਪਰਉਪਕਾਰ ਵਿਸਾਰ ਦਿੱਤਾ, ਅਸੀਂ ਤੈਨੂੰ ਬਾਦਸ਼ਾਹੀ ਦਿੱਤੀ, ਜੇ ਤੁਸੀਂ ਮਨ ਦੇ ਵਿੱਚੋਂ ਇਹ ਗੱਲ ਭੁਲਾ ਦਿੱਤੀ ਕਿ ਬਾਦਸ਼ਾਹੀ ਅਕਾਲ ਪੁਰਖ ਗੁਰੂ ਨਾਨਕ ਸਾਹਿਬ ਨੇ ਬਖਸ਼ਿਸ਼ ਕੀਤੀ ਹੈ, ਕਾਟੋਗੇ ਹਮ ਅੰਸ ਸਿਰ ਤੋ ਫਿਰ ਲਹਿ ਉਦਾਰ। ਤੇਰੀ ਕੁੱਲ ਸਾਡਾ ਉਪਕਾਰ ਵਿਸਾਰ ਦੇਗੀ, ਤੇਰੀ ਕੁੱਲ ਅੱਗੇ ਆ ਕੇ ਸਾਡੀ ਅੰਸ ਦੇ ਸਿਰ ਕੱਟੇਗੀ। ਤੇ ਸਤਿਗੁਰੂ ਜੀ ਕਹਿੰਦੇ ਨੇ ਫਿਰ ਅਸੀਂ ਤੇਰੇ ਕੋਲੋਂ ਇਹ ਵਾਪਸ ਲਵਾਂਗੇ ਬਾਦਸ਼ਾਹੀ, ਜਦੋਂ ਤੇਰੀ ਕੁੱਲ ਅਤਿਆਚਾਰ ਕਰੇਗੀ ਤੇ ਫਿਰ ਅਸੀਂ ਇਹ ਬਾਦਸ਼ਾਹੀ ਤੇਰੇ ਕੋਲੋਂ ਵਾਪਸ ਲਵਾਂਗੇ। ਜੋ ਪਈ ਤਬ ਬਾਬਰ ਸੁਣ ਕੇ ਹੱਥ ਜੋੜੇ। ਇਹ ਬਚਨ ਸੁਣ ਕੇ ਬਾਬਰ ਬਾਦਸ਼ਾਹ ਨੇ ਹੱਥ ਜੋੜੇ ਹਨ। ਅਮਰੀ ਕੁੱਲ ਕਿਮ ਤੁਮ ਸਿਰ ਤੋੜੇ। ਆਖਣ ਲੱਗਾ, ਮਹਾਰਾਜ ਕਿਵੇਂ ਹੋ ਸਕਦਾ ਹੈ, ਮੇਰੀ ਕੁੱਲ ਤੁਹਾਡੀ ਕੁੱਲ ਦੇ ਸਿਰ ਕਿਵੇਂ ਪੰਨੇਗੀ, ਇਹ ਨਹੀਂ ਹੋ ਸਕਦਾ। ਤੁਸੀਂ ਬਾਦਸ਼ਾਹੀ ਦੇ ਰਹੇ ਹੋ ਤੇ ਮੇਰੀ ਕੁੱਲ ਏਡੀ ਕਿਰਤ ਘਣ ਥੋੜਾ ਹੋਵੇਗੀ ਵੀ ਤੁਹਾਡੇ ਪਰਿਵਾਰ ਅੱਗੋਂ ਤੁਹਾਡੇ ਅੰਸ਼ ਬੰਸ ਦੇ ਉਹ ਸਿਰ ਵੱਢਣ ਲੱਗ ਪਵੇਗੀ। ਹਮ ਤੁਝ ਰੱਖੈ ਮੁਰੀਦੀ ਦਾਵੇ। ਅਸੀਂ ਤਾਂ ਤੁਹਾਡੇ ਤਾਈਂ ਮੁਰੀਦੀ ਦਾਵਾ ਰੱਖਾਂਗੇ, ਤੁਹਾਨੂੰ ਆਪਣਾ ਪੀਰ ਮੰਨਾਂਗੇ। ਹਮ ਕੁਲ ਕਿਮ ਤੂੰ ਹੱਥ ਚਲਾਵੇ। ਸਾਡੀ ਕੁੱਲ ਜਿਹੜੀ ਤੁਹਾਡੀ ਕੁੱਲ ਤੇ ਕਿਵੇਂ ਹੱਥ ਚਲਾਵੇਗੀ। ਬਸ ਭਈ ਹਿੰਦੂ ਪੀਰ। ਹੁਣ ਇਹ ਤਾਂ ਸਾਰਾ ਹਿੰਦੁਸਤਾਨ ਜਿਹੜਾ ਹੈ ਆਪ ਜੀ ਦੇ ਵਸ ਹੋ ਗਿਆ ਹੈ। ਪੀਰਨ ਕੇ ਸਿਰ ਹੋ ਪੀਰ। ਆਪ ਜੀ ਪੀਰਾਂ ਦੇ ਵਿੱਚ ਸਭ ਤੋਂ ਵੱਡੇ ਸ਼੍ਰੋਮਣੀ ਪੀਰ ਹੋ। ਤੁਮ ਤੋ ਬਖਸ਼ੀ ਹਮ ਹੈ ਜਗੀਰ। ਸਤਿਗੁਰੂ ਹਿੰਦੁਸਤਾਨ ਦੀ ਜ਼ਗੀਰ ਤਾਂ ਤੁਸੀਂ ਆਪ ਸਾਨੂੰ ਬਖਸ਼ਿਸ਼ ਕੀਤੀ ਹੈ। ਹੋਵੇ ਕਿਮ ਤੁਮ ਹੈ ਦਗੀਰ। ਇਹ ਕਿਵੇਂ ਹੋ ਸਕਦਾ ਅਸੀਂ ਤੁਹਾਡੇ ਤੋਂ ਉਲਟ ਹੋ ਜਾਈਏ, ਤੁਸੀਂ ਬਾਦਸ਼ਾਹੀ ਦਿੱਤੀ ਤੇ ਅਸੀਂ ਤੁਹਾਡੇ ਤੋਂ ਕਿਵੇਂ ਉਲਟ ਹੋ ਸਕਦੇ ਹਾਂ। ਦੋਹਰਾ ਜੋ ਹਮ ਤੁਮ ਪਰ ਹਾਥ ਚਕੈ ਤੋ ਤੂੰ ਪਾਤਸ਼ਾਹੀ ਲੇਹੋ। ਸਾਧ ਸੰਗਤ ਜੀ ਨਾਲ ਫਿਰ ਬਾਬਰ ਨੇ ਗੱਲ ਕਹਿ ਦਿੱਤੀ, ਮਹਾਰਾਜ ਤੁਹਾਡੇ ਨਾਲੇ ਵਾਅਦਾ ਜੇ ਮੈਂ ਜਾਂ ਮੇਰੀ ਕੁੱਲ ਤੁਹਾਡੇ ਤੇ ਹੱਥ ਚੁੱਕੇਗੀ ਨਾ ਤੇ ਤੁਸੀਂ ਆਪਣੀ ਪਾਤਸ਼ਾਹੀ ਬੇਸ਼ੱਕ ਵਾਪਸ ਲੈ ਲੈਣਾ। ਇਸ ਕਰਾਰ ਕੇ ਉੱਪਰੇ ਅੱਗੇ ਪਾਤਸ਼ਾਹੀ ਦੇਹੋ। ਇਸ ਕਰਾਰ ਦੇ ਉੱਪਰ ਤੁਸੀਂ ਮੈਨੂੰ ਪਾਤਸ਼ਾਹੀ ਦੇ ਦਿਓ ਵੀ ਜੇ ਮੇਰੀ ਕੁੱਲ ਅਤਿਆਚਾਰ ਕਰੇਗੀ ਤੁਸੀਂ ਆਪਣੀ ਪਾਤਸ਼ਾਹੀ ਜਿਹੜੀ ਹੈ ਉਹ ਸਾਡੇ ਕੋਲੋਂ ਵਾਪਸ ਲੈ ਲਿਓ। ਜੋ ਪਈ ਇਸ ਕਰਾਰ ਕਰ ਦੀ ਪਾਤਸ਼ਾਹੀ। ਇਸ ਤਰ੍ਹਾਂ ਮਹਾਰਾਜ ਗੁਰੂ ਨਾਨਕ ਸਾਹਿਬ ਜੀ ਨਾਲ ਬਾਬਰ ਨੇ ਕਰਾਰ ਕੀਤਾ। ਮੇਰੇ ਪਾਤਸ਼ਾਹ ਨੇ ਰਹਿਮਤ ਕਰਕੇ ਬਾਬਰ ਨੂੰ 7 ਪੁਸਤਾਂ ਦਾ ਰਾਜ ਬਖਸ਼ਿਸ਼ ਕੀਤਾ ਹੈ, ਪਰ ਹੈ ਤਾਂ ਚੰਗੇਜ਼ ਖਾਨ ਦਾ ਖਾਨਦਾਨ ਸੀ ਨਾ, ਉਹਦੇ ਵਿੱਚ ਹੀ ਤੈਮੂਰ ਵਰਗੇ ਹੋਏ। ਆਪਾਂ ਕੱਲ੍ਹ ਹੀ ਸੁਣਿਆ ਸੀ ਤਿਮਰਲੰਗ ਦਾ ਇਲਾਕਾ ਜਿਹੜਾ ਖੁਰਾਸਾਨ ਉਹ ਸਾਰਾ ਇਹ ਤਿਮਰਲੰਗ ਦੇ ਕੋਲ ਤੈਮੂਰ ਦੇ ਕੋਲ ਸੀਗਾ। ਇਹ ਸਾਰਾ ਉਹੀ ਖਾਨਦਾਨ ਸੀ ਜਿਨ੍ਹਾਂ ਨੂੰ ਚੁਗੱਤਾ ਕਹਿੰਦੇ ਸਨ। ਬਾਬਰ ਨੂੰ ਵੀ ਚੁਗੱਤਾ ਕਹਿੰਦੇ ਸਨ ਤੇ ਔਰੰਗਜ਼ੇਬ ਨੂੰ ਵੀ ਚੁਗੱਤਾ ਕਹਿੰਦੇ ਸਨ। ਇਹਨਾਂ ਦੀ ਆਲ ਦਾ ਨਾਂ ਹੀ ਪੈ ਗਿਆ ਸੀ ਚੁਗੱਤਾ, ਇਹਨਾਂ ਦਾ ਖਾਨਦਾਨ ਸੀਗਾ ਜਿਹੜਾ ਚੰਗੇਜ਼ ਖਾਨ ਤੋਂ ਅੱਗੇ ਤੁਰਿਆ ਆਉਂਦਾ ਸੀਗਾ। ਸੋ ਇਸ ਪ੍ਰਕਾਰ ਸਾਧ ਸੰਗਤ ਦੇ ਸ਼ੁਰੂ ਤੋਂ ਅਤਿਆਚਾਰੀ ਚੰਗੇਜ਼ ਖਾਨ ਨੇ ਕਿਤੇ ਥੋੜੇ ਲੋਕਾਂ ਦਾ ਕਤਲ ਕੀਤਾ ਹੈ, ਪਰ ਜਦੋਂ ਮਨੁੱਖ ਨੂੰ ਰਾਜ ਭਾਗ ਪ੍ਰਾਪਤ ਹੋ ਜਾਂਦਾ ਨਾ, ਜੈਸੇ ਸਹਿਸਕ੍ਰਿਤੀ ਸ਼ਲੋਕਾਂ ਵਿੱਚ ਗੁਰੂ ਅਰਜਨ ਦੇਵ ਸਾਹਿਬ ਜੀ ਦਾ ਬਚਨ ਆਉਂਦਾ ਹੈ ਕਿ ਰਾਜੇ ਜਿਹੜੇ ਨੇ ਤਪ ਕਰਦੇ ਨੇ। ਇੱਕ ਤਾਂ ਕਹਾਵਤ ਬਣੀ ਹੈ ਨਾ, ਤਪੋ ਰਾਜ ਰਾਜੋ ਨਰਕੇ, ਬਾਣੀ ਦਾ ਬਚਨ ਨਹੀਂ ਜੇ। ਤਪ ਕਰਕੇ ਰਾਜ ਮਿਲਦਾ, ਰਾਜ ਤੋਂ ਬੰਦਾ ਨਰਕ 'ਚ ਜਾਂਦਾ। ਗੁਰੂ ਅਰਜਨ ਦੇਵ ਸਾਹਿਬ ਜੀ ਨੇ ਬਚਨ ਕੀਤਾ ਜੇ ਕਿ ਮਨੁੱਖ ਤਪ ਕਰਕੇ ਬੰਦਗੀ ਕਰਕੇ ਚੰਗੇ ਕਰਮਾਂ ਕਰਕੇ ਰਾਜ ਭਾਗ ਲੈ ਲੈਂਦਾ। ਵਿਪਰੀਤ ਬੁੱਧਿੰ ਮਾਰਤ ਲੋਕ ਹੈ। ਹਜ਼ੂਰ ਕਹਿੰਦੇ ਉਹਨਾਂ ਦੀ ਬੁੱਧੀ ਭ੍ਰਸ਼ਟ ਹੋ ਜਾਂਦੀ ਆ, ਉਲਟ ਹੋ ਜਾਂਦੀ ਬੁੱਧੀ, ਫਿਰ ਉਹ ਲੋਕਾਂ ਨੂੰ ਮਾਰਨਾ ਸ਼ੁਰੂ ਕਰ ਦਿੰਦੇ। ਰਾਜ ਦਾ ਨਸ਼ਾ ਹੀ ਇਹੋ ਜਿਹਾ ਹੁੰਦਾ ਹੈ ਕਿ ਉਹਨਾਂ ਦੀ ਬੁੱਧੀ ਭ੍ਰਸ਼ਟ ਹੋ ਜਾਂਦੀ, ਉਹ ਅਤਿਆਚਾਰੀ ਹੋ ਜਾਂਦੇ ਨੇ।
ਬਾਬਰ ਭਾਵੇਂ ਆਇਆ ਘੱਟ ਇਹਨੇ ਵੀ ਕੋਈ ਨਹੀਂ ਕੀਤੀ, ਪਰ ਸਾਧ ਸੰਗਤ ਜੀ ਬਾਬਰ ਦਾ ਜਿਹੜਾ ਗੁਰੂ ਨਾਨਕ ਸਾਹਿਬ ਦੇ ਪ੍ਰਤੀ ਪਿਆਰ ਸੀਗਾ, ਉਸ ਤੋਂ ਬਾਅਦ ਉਹਨੇ ਜ਼ੁਲਮ ਕੋਈ ਨਹੀਂ ਕੀਤਾ। ਹਾਲਾਂਕਿ ਪਾਣੀਪਤ ਦਾ ਜੰਗ ਵੀ ਹੋਇਆ, ਪਾਣੀਪਤ ਦੇ ਜੰਗ ਦੇ ਵਿੱਚ ਬੈਰਮ ਖਾਨ ਨੂੰ ਇਹਨੇ ਹਰਾਇਆ। ਅੱਗੇ ਆਪਾਂ ਕਥਾ ਸਰਵਣ ਕਰਾਂਗੇ। ਜਿਹੜਾ ਬਾਬਰ ਬਾਦਸ਼ਾਹ ਸੀਗਾ, ਬਾਬਰ ਨੇ ਏਮਨਾਬਾਦ ਵਿੱਚ ਅਤਿਆਚਾਰ ਕੀਤਾ। ਜਦੋਂ ਪਹਿਲਾਂ ਆਇਆ ਉਹਨੇ ਏਮਨਾਬਾਦ ਤੇ ਹਮਲਾ ਕੀਤਾ, ਸੈਦਪੁਰ। ਗੁਰੂ ਨਾਨਕ ਸਾਹਿਬ ਜੀ ਨੇ ਉਹਨੂੰ ਜਾਬਰ ਆਖਿਆ। ਉਸ ਤੋਂ ਬਾਅਦ ਉਹਨੂੰ ਰਾਜ ਭਾਗ ਜਿਹੜਾ ਸੀ ਉਹ ਪ੍ਰਾਪਤ ਹੋਇਆ। ਇਸ ਪ੍ਰਕਾਰ ਗੁਰੂ ਸਾਹਿਬ ਜੀ ਨੇ ਕਿਰਪਾ ਕੀਤੀ, ਬਾਬਰ ਨੂੰ ਹਿੰਦੁਸਤਾਨ ਦੀ ਪਾਤਸ਼ਾਹੀ ਦੇ ਦਿੱਤੀ ਹੈ। ਤਿੰਨ ਪਾਤਸ਼ਾਹਾਂ ਨੇ ਇਹ ਸਤਿਗੁਰਾਂ ਦਾ ਉਪਕਾਰ ਜਿਹੜਾ ਭੁਲਾਇਆ ਨਹੀਂ। ਬਾਬਰ ਦਾ ਪੁੱਤਰ ਸੀ ਹਮਾਯੂ, ਉਹ ਤਖਤ ਤੇ ਬੈਠਾ, ਉਹਦੇ ਕੋਲੋਂ ਸ਼ੇਰਸ਼ਾਹ ਸੂਰੀ ਨੇ ਤਖਤ ਖੋਲਿਆ। ਇਹ ਆਇਆ ਦੌੜ ਕੇ ਖਡੂਰ ਸਾਹਿਬ ਵੀ ਸਾਨੂੰ ਪਾਤਸ਼ਾਹੀ ਤਾਂ ਗੁਰੂ ਨਾਨਕ ਸਾਹਿਬ ਨੇ ਦਿੱਤੀ ਸੀ, 7 ਪੁਸਤਾਂ ਦਾ ਰਾਜ ਦਿੱਤਾ, ਹੁਣੇ ਚਲੀ ਗਈ। ਇਹ ਲੜਿਆ ਨਹੀਂ ਨਾ, ਕਾਇਰ ਬਣ ਗਿਆ, ਗੀਦੀ ਬਣ ਗਿਆ, ਦੌੜ ਆਇਆ ਉੱਥੋਂ। ਤੇ ਖਡੂਰ ਸਾਹਿਬ ਉੱਥੇ ਸਥਾਨ ਹੈ ਜੀ ਗੁਰਦੁਆਰਾ ਮਲਖੜਾ ਸਾਹਿਬ। ਮਹਾਰਾਜ ਬੱਚਿਆਂ ਦੇ ਨਾਲ ਉੱਥੇ ਰੋਜ਼ ਉਹਨਾਂ ਕੋਲੋਂ ਨਾ ਘੋਲ ਕਰਾਉਂਦੇ ਸਨ, ਤੇ ਸਤਿਗੁਰੂ ਉੱਥੇ ਬੱਚਿਆਂ ਦੀ ਘੋਲ ਵੇਖਦੇ ਸਨ ਤੇ ਆ ਗਿਆ। ਤੇ ਆ ਕੇ ਕੋਲ ਖਲੋਤਾ ਰਿਹਾ, ਤੇ ਇਹਨੇ ਸੋਚਿਆ ਵੀ ਮੈਂ ਹਿੰਦੁਸਤਾਨ ਦਾ ਬਾਦਸ਼ਾਹ ਫਕੀਰ ਕੋਲ ਆਇਆ, ਮੈਨੂੰ ਮੱਥਾ ਟੇਕਣਗੇ, ਸਤਿਕਾਰ ਕਰਨਗੇ। ਮਹਾਰਾਜ ਬੇਪਰਵਾਹ ਸਦਾ ਰੰਗ ਹਰ ਕੇ ਜਾਕੋ ਪਾਕ ਸੁਆਮੀ ਆਪਣੇ ਆਨੰਦ ਵਿੱਚ ਖੜੇ ਸਨ। ਅਖੀਰ ਸਤਿਗੁਰਾਂ ਨੇ ਜਦੋਂ ਧਿਆਨ ਨਾ ਦਿੱਤਾ ਤੇ ਹਮਾਯੂ ਨੇ ਸੋਚਿਆ ਵੀ ਤਲਵਾਰ ਕੱਢ, ਮੈਂ ਇਹਨਾਂ ਦਾ ਸੀਸ ਲਾ ਦਿਆਂਗਾ। ਉਹ ਜਦੋਂ ਤਲਵਾਰ ਦੇ ਮੁੱਠੇ ਤੇ ਹੱਥ ਪਾਇਆ ਤੇ ਗੁਰੂ ਅੰਗਦ ਦੇਵ ਸਾਹਿਬ ਜੀ ਨੇ ਨਿਗਾਹ ਕੀਤੀ ਉਹਦੇ ਵੱਲ, ਉਹਦਾ ਹੱਥ ਜਿਹੜਾ ਸੀ ਤਲਵਾਰ ਦੇ ਮੁੱਠੇ ਨਾਲ ਚਿਮਟ ਗਿਆ ਤੇ ਤਲਵਾਰ ਵੀ ਬਾਹਰ ਨਹੀਂ ਨਿਕਲੀ। ਤੇ ਸਤਿਗੁਰ ਜੀ ਮੁਖ ਘੁਮਾ ਕੇ ਕਹਿਣ ਲੱਗੇ ਵੀ ਫਕੀਰਾਂ ਤੇ ਤਲਵਾਰ ਨਿਕਲਦੀ ਹੈ। ਤੇ ਉੱਥੇ ਜਦੋਂ ਸ਼ੇਰ ਸ਼ਾਹ ਦੇ ਨਾਲ ਜੰਗ ਕਰਨਾ ਸੀ ਤੇ ਉੱਥੇ ਜੰਗ ਲੱਗ ਗਈ ਸੀ ਤਲਵਾਰ ਨੂੰ। ਜਿੱਥੇ ਬਹਾਦਰੀ ਵਿਖਾਣੀ ਸੀ ਉੱਥੇ ਤਾਂ ਬਹਾਦਰੀ ਨਹੀਂ ਵਿਖਾ ਸਕਿਆ। ਮਹਾਰਾਜ ਦੇ ਚਰਨੀ ਟਹਿ ਪਿਆ, ਖਿਮਾ ਕਰ ਦਿਓ ਮਹਾਰਾਜ, ਗਲਤੀ ਹੋ ਗਈ। ਸਤਿਗੁਰੂ ਕਹਿੰਦੇ ਤਲਵਾਰ ਨਾ ਕੱਢਣ ਦਾ ਜੇ ਤੂੰ ਯਤਨ ਨਾ ਕਰਦਾ, ਤਲਵਾਰ ਕੱਢਣ ਦਾ ਯਤਨ ਜੇ ਤੂੰ ਨਾ ਕਰਦਾ, ਹੁਣੇ ਪਾਤਸ਼ਾਹੀ ਦੇ ਦਿੰਦੇ। ਉਹ ਸਾਡੇ ਤੇ ਤਲਵਾਰ ਨਾਲ ਜ਼ੋਰ ਅਜਮਾਇਸ਼ ਕਰਨੀ ਚਾਹੀਏ। ਰਾਜ ਮਿਲੇਗਾ ਪਰ ਹਲੇ ਨਹੀਂ ਮਿਲੇਗਾ, ਸਮਾਂ ਪਾ ਕੇ ਮਿਲੇਗਾ। ਚਲਾ ਜਾ ਕਾਬਲ ਕੰਧਾਰ, ਉੱਥੇ ਜਾ ਕੇ ਫੌਜਾਂ ਜੋੜ ਤੇ ਹਿੰਦੁਸਤਾਨ ਤੇ ਹਮਲਾ ਕਰ, ਤੈਨੂੰ ਤਖਤ ਮਿਲੇਗਾ। ਇਸ ਤਰ੍ਹਾਂ ਫਿਰ ਬਾਅਦ ਵਿੱਚ ਫੌਜਾਂ ਲਿਆ ਕੇ ਤੇ ਹਮਾਯੂ ਨੇ ਹਮਲਾ ਕੀਤਾ। ਇਹ ਫਿਰ ਇਹਨੂੰ ਰਾਜ ਭਾਗ ਜਿਹੜਾ ਸੀ ਉਹ ਹਿੰਦੁਸਤਾਨ ਦਾ ਦੁਬਾਰਾ ਤਖਤ ਪ੍ਰਾਪਤ ਹੋਇਆ। ਇਸ ਪ੍ਰਕਾਰ ਬਾਬਰ ਨੇ ਸ਼ਰਧਾ ਰੱਖੀ। ਹਮਾਯੂ ਜਿਹੜਾ ਸੀ ਉਹਨੇ ਫਿਰ ਮਹਾਰਾਜ ਤੇ ਸ਼ਰਧਾ ਰੱਖੀ, ਉਹਨੇ ਗੁਰੂ ਘਰ ਦੇ ਨਾਲ ਕੋਈ ਵਾਦ ਵਿਵਾਦ ਨਹੀਂ ਕੀਤਾ। ਹਮਾਯੂ ਤੋਂ ਬਾਅਦ ਫਿਰ ਅਕਬਰ ਬਾਦਸ਼ਾਹ ਜਿਹੜਾ ਸੀ ਉਹ ਤਖਤ ਤੇ ਬੈਠਾ, ਉਹ ਵੀ ਗੁਰੂ ਘਰ ਦੇ ਪ੍ਰਤੀ ਸ਼ਰਧਾ ਰੱਖਦਾ ਸੀ। ਤੇ ਬਾਬਰ, ਹਮਾਯੂ ਤੇ ਅਕਬਰ ਇਹਨਾਂ ਨੇ ਗੁਰੂ ਘਰ ਦੇ ਨਾਲ ਕੋਈ ਬੈਰ ਵਿਰੋਧ ਨਹੀਂ ਕੀਤਾ। ਤਿੰਨਾਂ ਨੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਮਹਿਮਾ ਨੂੰ ਹਿਰਦੇ ਵਿੱਚ ਧਾਰਨ ਰੱਖਿਆ ਹੈ। ਇਹਨਾਂ ਨੇ ਆਪਣੇ ਮੁਖ ਤੋਂ ਵੀ ਕਦੇ ਬੁਰਾ ਬਚਨ ਨਹੀਂ ਕੀਤਾ। ਅਕਬਰ ਦੇ ਕੋਲ ਬੜੀਆਂ ਸ਼ਿਕਾਇਤਾਂ ਕੀਤੀਆਂ ਮੁਲਾਣਿਆਂ ਨੇ, ਪੰਡਤਾਂ ਨੇ ਜਾ ਕੇ, ਪਰ ਅਕਬਰ ਬਾਦਸ਼ਾਹ ਨੇ ਕਦੇ ਵੀ ਕਿਸੇ ਨੂੰ ਨੇੜੇ ਨਹੀਂ ਆਉਣ ਦਿੱਤਾ, ਨੇੜੇ ਨਹੀਂ ਲੱਗਣ ਦਿੱਤਾ। ਖਾਲਸਾ ਜੀ ਇੱਥੋਂ ਤਾਈਂ ਕਿ ਜਿਹੜਾ ਮਹਾਰਾਜ ਨੇ ਪਾਵਨ ਨਗਰ ਸ੍ਰੀ ਗੋਇੰਦਵਾਲ ਸਾਹਿਬ ਵਸਾਇਆ ਸੀ, ਗੋਂਦੇ ਖੱਤਰੀ ਦਾ ਪੁੱਤਰ ਆਦਿਕ, ਇਹ ਵੀ ਲੋਕਾਂ ਦੇ ਚੁੱਕੇ ਚੁਕਾਏ ਦਿੱਲੀ ਪੁਕਾਰ ਕਰਨ ਵਾਸਤੇ ਪਹੁੰਚ ਕੇ ਸਾਡੀ ਜ਼ਮੀਨ ਹੈ। ਤੇ ਉਹ ਫਿਰ ਸ਼ਬਦ ਵੀ ਮਹਾਰਾਜ ਨੇ ਉਚਾਰਨ ਕੀਤਾ ਸੀਗਾ। ਜਦੋਂ ਉੱਥੇ ਨਿੰਦਕ ਬਣ ਕੇ ਗਏ ਤੇ ਬਾਬਰ ਨੇ ਗੰਦਗੀ ਦੇ ਟੋਕਰੇ ਚਕਾ ਕੇ ਉੱਥੋਂ ਵਾਪਸ ਉਹਨਾਂ ਨੂੰ ਭੇਜਿਆ। ਇੱਕ ਉਹਦਾ ਨਫ਼ਰ ਸੀ, ਇੱਕ ਉਹ ਆਪ ਸੀਗਾ। ਇਹ ਸ਼ਬਦ ਮਹਾਰਾਜ ਨੇ ਬਾਣੀ 'ਚ ਵੀ ਉਚਾਰਨ ਕੀਤਾ। ਤੇ ਉੱਥੋਂ ਫਿਰ ਜੁੱਤੀਆਂ ਖਾ ਕੇ ਵਾਪਸ ਮੁੜੇ। ਉੱਥੋਂ ਬਾਬਰ ਨੇ ਆਖਿਆ ਨਹੀਂ, ਗੁਰੂ ਨਾਨਕ ਸਾਹਿਬ ਜੀ ਦਾ ਘਰ ਹੈ, ਉਹਦੀ ਨਿੰਦਿਆ ਕਰਨ ਵਾਲੇ ਨੂੰ ਮਾਰ ਹੀ ਪਏਗੀ। ਫਿਰ ਕਿਸੇ ਨੇ ਪੁੱਛਿਆ ਨਹੀਂ ਉਹਨਾਂ ਨੂੰ। ਇਸ ਕਰਕੇ ਬਾਬਰ ਵੀ ਮਹਿਮਾ ਰੱਖਦਾ ਸੀ ਗੁਰੂ ਘਰ ਦੀ। ਗੁਰੂ ਰਾਮਦਾਸ ਮਹਾਰਾਜ, ਧੰਨ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਤੱਕ ਬਾਬਰ ਰਿਹਾ ਤਖਤ ਤੇ। ਸ਼ਰਧਾ ਤੇ ਵਿਸ਼ਵਾਸ ਗੁਰੂ ਘਰ ਤੇ ਬਣਾਈ ਰੱਖਿਆ। ਤੇ ਜਿਹੜਾ ਇਹ ਪਾਵਨ ਪਵਿੱਤਰ ਸਥਾਨ ਹੈ ਸ੍ਰੀ ਹਰਿਮੰਦਰ ਸਾਹਿਬ ਸੱਚਖੰਡ, ਇਹ ਜਿੰਨੀ ਵੀ ਜ਼ਮੀਨ ਸੀ, ਇਸ ਜ਼ਮੀਨ ਦਾ ਪਟਾ ਜਿਹੜਾ ਸੀ ਉਹ ਬਾਬਰ ਮਹਾਰਾਜ ਨੂੰ ਭੇਟ ਕਰਕੇ ਗਿਆ ਸੀ। ਮਹਾਰਾਜ ਕਹਿੰਦੇ ਸਾਨੂੰ ਨਹੀਂ ਚਾਹੀਦੀ, ਕਹਿੰਦੇ ਨਹੀਂ ਜੀ, ਵੀ ਛੋਟੀ ਜੀ ਤੁੱਛ ਜੀ ਭੇਟ ਹੈ। ਤੇ ਫਿਰ ਬੀਬੀ ਭਾਨੀ ਦੇ ਨਾਂ ਕਰਕੇ ਗਿਆ ਉਹ ਜ਼ਮੀਨ ਜਿਹੜੀ ਸੀ।
ਕਵੀ ਸੰਤੋਖ ਸਿੰਘ ਜੀ ਨੇ ਸ੍ਰੀ ਗੁਰਪ੍ਰਤਾਪ ਸੂਰਜ ਗ੍ਰੰਥ ਵਿੱਚ ਇਹ ਕਥਾ ਲਿਖੀ ਹੈ। ਇਸ ਪ੍ਰਕਾਰ ਇਹਨਾਂ ਤਿੰਨਾਂ ਨੇ ਕਦੇ ਵੀ ਮੁੱਖ ਰਾਹੀਂ ਗੁਰੂ ਘਰ ਦੇ ਪ੍ਰਤੀ ਮਾੜੀ ਸ਼ਬਦਾਵਲੀ ਨਹੀਂ ਵਰਤੀ। ਚੌਥੋ ਸ਼ਾਹ ਭਇਓ ਜਹਾਂਗੀਰ, ਜਦੋਂ ਚੌਥਾ ਬਾਦਸ਼ਾਹ ਜਹਾਂਗੀਰ ਤਖਤ ਤੇ ਬੈਠਾ ਹੈ, ਮੁੱਲਾ ਕਾਜੀ ਮਿਲ ਭਇਓ ਸੀ। ਇਹ ਮੁੱਲਾ ਤੇ ਕਾਜੀ ਆਦਿਕ ਉਹਨਾਂ ਦੇ ਨਾਲ ਮਿਲ ਕਰਕੇ ਤੇ ਸਾਧ ਸੰਗਤ ਜੀ ਇਸ ਤਰ੍ਹਾਂ ਸਮਝੋ ਵੀ ਉਹਨਾਂ ਦਾ ਕੈਦੀ ਬਣ ਗਿਆ। ਇਹਨੂੰ ਤਖਤ ਵੀ ਇਸੇ ਕਰਕੇ ਹੀ ਪ੍ਰਾਪਤ ਹੋਇਆ ਸੀਗਾ। ਜਿਹੜੇ ਨਕਸ਼ਬੰਦੀ ਕੱਟੜਬੰਦੀ ਲੋਕ ਸਨ, ਉਹਨਾਂ ਨੇ ਤਖਤ ਤਾਂ ਲੈ ਕੇ ਦਿੱਤਾ ਸੀ ਕਿ ਹਿੰਦੁਸਤਾਨ ਵਿੱਚ ਇਸਲਾਮ ਦਾ ਪ੍ਰਚਾਰ ਕੀਤਾ ਜਾਏ ਤੇ ਲੋਕਾਂ ਨੂੰ ਜ਼ਬਰਦਸਤੀ ਮੁਸਲਮਾਨ ਬਣਾਇਆ ਜਾਏ। ਇਸ ਸ਼ਰਤ ਕਰਕੇ ਜਦੋਂ ਤਖਤ ਮਿਲਿਆ ਤੇ ਉਹਨਾਂ ਲੋਕਾਂ ਦਾ ਗੁਲਾਮ ਬਣ ਕੇ ਰਹਿ ਗਿਆ ਹੈ। ਹੁਣ ਗੁਰ ਅਰਜਨ ਸੋ ਖੋਟ ਕਮਾਈ, ਇਸ ਜਹਾਂਗੀਰ ਬਾਦਸ਼ਾਹ ਨੇ ਗੁਰੂ ਅਰਜਨ ਦੇਵ ਸਾਹਿਬ ਜੀ ਦੇ ਨਾਲ ਖੋਟ ਕਮਾਈ ਹੈ। ਉਹ ਬੁਰਾਈ ਸਿਰ ਖਤਰੀ ਲਾਈ। ਇਹਨੇ ਸਤਿਗੁਰਾਂ ਨੂੰ ਸ਼ਹੀਦ ਕੀਤਾ, ਪਰ ਉਹ ਜਿਹੜੀ ਬੁਰਾਈ ਸੀ ਉਹ ਇੱਕ ਹੋਰ ਦੇ ਸਿਰ ਵੀ ਲਾ ਦਿੱਤੀ ਜਾਂਦਿਆਂ ਕਿਹੜਾ ਖੱਤਰੀ ਚੰਦੂ ਦੀਵਾਨ, ਜਿਹੜੀ ਸ਼ਹਾਦਤ ਮਹਾਰਾਜ ਦੀ ਹੋਈ ਤੇ ਚੰਦੂ ਨੂੰ ਵੀ ਮੂਹਰੇ ਕਰ ਦਿੱਤਾ ਨਾਲ ਵੀ ਜਾ ਤੂੰ ਜਾ ਕੇ ਗੁਰੂ ਸਾਹਿਬ ਨੂੰ ਸ਼ਹੀਦ ਕਰ। ਉਹਨੇ ਆਪਣੀ ਕਿਹੜ ਕੱਢਣੀ ਸੀ ਤੇ ਚੰਦੂ ਪਾਪੀ ਨੇ ਵੀ ਗੁਰੂ ਅਰਜਨ ਦੇਵ ਸਾਹਿਬ ਜੀ ਨੂੰ ਤਰ੍ਹਾਂ ਦੇ ਤਸੀਹੇ ਜਹਾਂਗੀਰ ਦੇ ਹੁਕਮ ਦੇ ਨਾਲ ਦਿੱਤੇ ਹਨ। ਅਜੋ ਭਇਓ ਸੂ ਸ਼ਾਹ ਜਹਾਨ, ਅੱਜ ਕੱਲ ਲੋਕ ਆਖਦੇ ਨੇ ਜੀ ਚੰਦੂ ਦਾ ਕਸੂਰ ਕੋਈ ਨਹੀਂ ਸੀ, ਤੇ ਜੇ ਚੰਦੂ ਦਾ ਕਸੂਰ ਨਾ ਹੁੰਦਾ ਤੇ ਗੁਰੂ ਹਰਗੋਬਿੰਦ ਸਾਹਿਬ ਨੂੰ ਕੀ ਲੋੜ ਸੀ ਉਹਦੀ ਨੱਕ ਦੇ ਵਿੱਚ ਨਕੇਲ ਪਾ ਕੇ ਤੇ ਉਹਨੂੰ ਇਸ ਤਰ੍ਹਾਂ ਸਤਿਗੁਰੂ ਦਿੱਲੀ ਤੋਂ ਇੱਥੇ ਲੈ ਕੇ ਆਏ ਸਨ ਪੰਜਾਬ ਦੇ ਵਿੱਚ, ਕੀ ਲੋੜ ਸੀ? ਉਹਨੂੰ ਇੰਨੀ ਮਾਰ ਪਈ, ਇੰਨੀਆਂ ਜੁੱਤੀਆਂ ਖਾਧੀਆਂ, ਕੁੱਤਿਆਂ ਨਾਲੋਂ ਭੈੜੀ ਦਸ਼ਾ ਉਹਦੀ ਹੋਈ। ਜੇ ਉਹਨੇ ਪਾਪ ਕੀਤਾ ਸੀ ਤੇ ਸਜ਼ਾ ਤਾਂ ਹੀ ਮਿਲੀ ਹੈ ਨਾ, ਤੇ ਜੇ ਨਾ ਕੁਝ ਕੀਤਾ ਹੁੰਦਾ ਤੇ ਸਜ਼ਾ ਕਿਉਂ ਮਿਲਦੀ? ਤੇ ਲੋਕ ਉਹਨੂੰ ਇੱਕ ਪਰਾਂ ਕਰ ਰਹੇ ਨੇ ਵੀ ਉਹ ਹਿੰਦੂ ਖਾਤਰੀ ਸੀ, ਵੀ ਉਹਨੇ ਕੁਝ ਨਹੀਂ ਕੀਤਾ, ਜੋ ਕੀਤਾ ਜਹਾਂਗੀਰ ਨੇ ਕੀਤਾ। ਕਲਮ ਉਸੇ ਦੀ ਚੱਲੀ, ਹੁਕਮ ਉਸੇ ਦਾ ਹੀ ਚੱਲਿਆ ਹੈ। ਪਰ ਜਿਹੜੇ ਤਸੀਹੇ ਦਿੱਤੇ ਨੇ ਨਾ ਉਹ ਚੰਦੂ ਨੇ ਦਿੱਤੇ ਸਨ ਮਹਾਰਾਜ ਨੂੰ। ਉਹਨੇ ਆਪਣੀ ਕਿੜ ਵੀ ਕੱਢੀ ਜਦੋਂ ਰਿਸ਼ਤਾ ਮੋੜਿਆ ਸੀ 6ਵੇਂ ਪਾਤਸ਼ਾਹ ਦਾ ਗੁਰੂ ਅਰਜਨ ਦੇਵ ਸਾਹਿਬ ਜੀ ਨੇ। ਇਸ ਪ੍ਰਕਾਰ ਜਹਾਂਗੀਰ ਤੋਂ ਬਾਅਦ 5ਵਾਂ ਬਾਦਸ਼ਾਹ ਜਿਹੜਾ ਸ਼ਾਹਜਹਾਨ ਬਣਿਆ ਹੈ। ਕਰੇ ਹਿੰਦੂ ਕਈ ਮੁਸਲਮਾਨ, ਸ਼ਾਹਜਹਾਨ ਨੇ ਵੀ ਅਤਿਆਚਾਰ ਜਾਰੀ ਰੱਖਿਆ, ਜ਼ਬਰਦਸਤੀ ਹਿੰਦੂਆਂ ਨੂੰ ਮੁਸਲਮਾਨ ਬਣਾਇਆ। ਸ਼ਿਵੋ ਭਇਓ ਸੂ ਸ਼ਾਹ ਨੁਰੰਗਾ, ਸ਼ਾਹਜਹਾਨ ਨੇ ਮਹਾਰਾਜ ਗੁਰੂ ਹਰਗੋਬਿੰਦ ਸਾਹਿਬ ਨਾਲ ਜੰਗਾਂ ਕੀਤੀਆਂ, 4 ਯੁੱਧ ਹੋਏ ਸਤਿਗੁਰ ਜੀ ਨਾਲ। ਉਸ ਤੋਂ ਬਾਅਦ 6ਵਾਂ ਬਾਦਸ਼ਾਹ ਨੁਰੰਗ ਭਾਵ ਕਿ ਔਰੰਗਜ਼ੇਬ ਬਾਦਸ਼ਾਹ ਬਣਿਆ ਹੈ। ਕਰਿਓ ਗੁਰੂਨ ਸੋ ਉਨ ਵੱਡ ਦੰਗਾ, ਇਹ ਸ਼ਾਹਜਹਾਨ ਦਾ ਪੁੱਤਰ ਸੀਗਾ ਤੇ ਇਹਨੇ ਪਿਓ ਨੂੰ ਵੀ ਇਸੇ ਤਰ੍ਹਾਂ ਕੈਦ ਦੇ ਵਿੱਚ ਪਾ ਕੇ ਤੇ ਬਾਅਦ ਚ ਕਤਲ ਕਰ ਦਿੱਤਾ ਸੀ ਤਖਤ ਵਾਸਤੇ। ਤੇ ਸਤਿਗੁਰੂ ਸੱਚੇ ਪਾਤਸ਼ਾਹ ਦੇ ਨਾਲ ਫਿਰ ਦੰਗਾ ਫਸਾਦ ਕਰਦਾ ਰਿਹਾ ਹੈ। ਹਰੇ ਕ੍ਰਿਸ਼ਨ ਉਨ ਬਾਲ ਮੰਗਾਏ, ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਨੂੰ ਤਰੀਕੇ ਦੇ ਨਾਲ ਪਹਿਲਾਂ ਤਾਂ ਸਿੱਧਾ ਮੰਗਵਾਉਂਦਾ ਸੀ ਨਾ, ਤੁਸੀਂ ਆ ਜਾਓ, ਮਹਾਰਾਜ ਗਏ ਨਹੀਂ। ਫਿਰ ਜਿਹੜਾ ਉੱਥੇ ਦਾ ਰਾਜਾ ਸੀਗਾ, ਰਾਜਾ ਜੈ ਮਿਰਜ਼ਾ, ਜਿਨ੍ਹਾਂ ਨੂੰ ਰਾਜਾ ਜੈ ਸਿੰਘ ਕਹਿੰਦੇ ਨੇ, ਉਹਨਾਂ ਦੇ ਦੁਆਰਾ ਫਿਰ ਇਹਨੇ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਨੂੰ ਦਿੱਲੀ ਬੁਲਾਇਆ ਹੈ। ਉਸ ਸਿਰ ਗਏ ਬੁਰਾਈ ਰਾਏ, ਉੱਥੇ ਜਾ ਕੇ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਨੇ ਆਪਣਾ 5 ਭੂਤਕ ਸਰੀਰ ਤੇ ਆ ਗਿਆ। ਇਉਂ ਕਹਿ ਲਓ ਕਿ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਨੇ ਵੀ ਆਪਣਾ ਸੀਸ ਇਹ ਨੁਰੰਗੇ ਦੇ ਸਿਰ ਹੀ ਲਾ ਦਿੱਤਾ ਹੈ। ਦੋਹਰਾ ਉਨ ਦੁਸ਼ਟੀ ਬਹੁਤੀ ਕਰੀ ਗੁਰੂ ਤੇਗ ਬਹਾਦਰ ਆਦ, ਇਸ ਤੋਂ ਬਾਅਦ ਇਹਨੇ ਬਹੁਤ ਵੱਡੇ ਭੈੜੇ ਕੰਮ ਕੀਤੇ। ਸਭ ਤੋਂ ਵੱਡਾ ਖੋਟਾ ਕੰਮ ਕੀਤਾ ਨੁਰੰਗੇ ਨੇ। ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀ ਨੂੰ ਦਿੱਲੀ ਵਿਖੇ ਸ਼ਹੀਦ ਕਰ ਦਿੱਤਾ ਹੈ। ਸਹਿਤੂ ਚਾਰੋ ਪੁੱਤਰੇ ਲੱਗੋ ਖੂਨ ਸਿਰਦਾਰ, ਇਸ ਤੋਂ ਬਾਅਦ ਮਹਾਰਾਜ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 4 ਪੋਤਰੇ ਜਿਹੜੇ ਸਨ, ਬਾਬਾ ਅਜੀਤ ਸਿੰਘ ਜੀ, ਜੁਝਾਰ ਸਿੰਘ ਜੀ, ਬਾਬਾ ਜੋਰਾਵਰ ਸਿੰਘ ਜੀ, ਬਾਬਾ ਫਤਿਹ ਸਿੰਘ ਜੀ, ਇਹਨਾਂ 4 ਸਾਹਿਬਜ਼ਾਦਿਆਂ ਨੂੰ ਵੀ ਸ਼ਹੀਦ ਕਰਵਾ ਦਿੱਤਾ ਗਿਆ। ਤੇ ਇਹਨਾਂ ਨੂੰ ਸ਼ਹੀਦ ਕਰਨ ਦਾ ਜਿਹੜਾ ਪਾਪ ਸੀ ਉਹ ਵੀ ਔਰੰਗੇ ਦੇ ਸਿਰ ਲੱਗਿਆ ਹੈ। ਜੋ ਪਈ ਸ੍ਰੀ ਗੋਬਿੰਦ ਸਿੰਘ ਬਾਤ ਵਿਚਾਰੀ, ਉਸ ਤੋਂ ਬਾਅਦ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜਦੋਂ ਤਖਤ ਤੇ ਬੈਠੇ, ਔਰੰਗਜ਼ੇਬ ਨੇ ਸਤਿਗੁਰੂ ਜੀ ਦੇ ਨਾਲ ਯੁੱਧ ਕੀਤੇ, 14 ਜੰਗਾਂ ਲੜੀਆਂ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਨੇ, ਕੁਝ ਪਹਾੜੀਆਂ ਦੇ ਖਿਲਾਫ ਤੇ ਕੁਝ ਔਰੰਗਜ਼ੇਬ ਬਾਦਸ਼ਾਹ ਦੇ ਖਿਲਾਫ। ਤੇ ਸਾਰੀ ਸਾਜ਼ਿਸ਼ ਔਰੰਗਜ਼ੇਬ ਦੀ ਸੀ। ਇਸ ਤਰ੍ਹਾਂ ਮਹਾਰਾਜ ਨੇ ਜੰਗ ਕੀਤੇ ਹਨ। ਤੇ ਫਿਰ ਸਤਿਗੁਰਾਂ ਨੇ ਜਦੋਂ ਤੁਰਕਾਂ ਦੀ ਜੜ ਪੁੱਟ ਦਿੱਤੀ ਨਾ ਹਿੰਦੁਸਤਾਨ ਦੇ ਵਿੱਚੋਂ, ਤੇ ਉਸ ਤੋਂ ਬਾਅਦ ਸਾਧ ਸੰਗਤ ਜੀ ਮਹਾਰਾਜ ਕਲਗੀਧਰ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਗੱਲ ਵਿਚਾਰੀ ਹੈ। ਇੱਕ ਪਾਤਸ਼ਾਹੀ ਇਨ ਰਹੀ ਸਾਈ, ਸਤਿਗੁਰ ਜੀ ਕਹਿੰਦੇ ਇਹਨਾਂ ਦੀ ਨਾ ਹੁਣ ਇੱਕ ਪਾਤਸ਼ਾਹੀ ਰਹਿ ਗਈ ਹੈ। 6 ਪਾਤਸ਼ਾਹੀਆਂ ਹੋ ਗਈਆਂ ਔਰੰਗਜ਼ੇਬ ਬਾਦਸ਼ਾਹ ਕਰਕੇ, ਤੇ ਇੱਕ ਪਾਤਸ਼ਾਹੀ ਇਹਨਾਂ ਦੀ ਵਿਸ਼ੇਸ਼ ਬਚ ਗਈ ਹੈ। ਸਿਰ ਦੇਹ ਲੱਗੀ ਚਾਹੀਏ ਹਮਾਰੀ,
ਸਤਿਗੁਰ ਜੀ ਕਹਿੰਦੇ ਵੀ ਹੁਣ ਸਾਡੀ ਦੇਹ ਨਾ ਇਹਨਾਂ ਦੇ ਸਿਰ ਲੱਗਣੀ ਚਾਹੀਦੀ ਹੈ। ਸਤਿਗੁਰ ਕੀ ਮਨਸਾ ਧਾਰੀ। ਮਹਾਰਾਜ ਸਤਿਗੁਰੂ ਸੱਚੇ ਪਾਤਸ਼ਾਹ ਨੇ ਕਲਗੀਧਰ ਜੀ ਨੇ ਵਿਚਾਰ ਆਪਣੇ ਮਨ ਅੰਦਰ ਧਾਰਨ ਕੀਤੀ ਹੈ। ਸਤਿਗੁਰ ਦਈ ਨਿਭਾਹ। ਸਤਿਗੁਰੂ ਕਲਗੀਧਰ ਜੀ ਨੇ ਫਿਰ ਇੱਕ ਗੱਲ ਆਪਣੇ ਹੱਥੀਂ ਆਪ ਨਿਭਾ ਦਿੱਤੀ ਹੈ। ਜੋ ਭਈ ਪਾਤਸ਼ਾਹੀ ਸਾਖ ਬਿਤਾਹ। ਬਹਾਦਰ ਸ਼ਾਹ ਨੂੰ ਤਖਤ ਲੈ ਕੇ ਦਿੱਤਾ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ। ਤਾਰਾ ਆਜ਼ਮ ਦੇ ਨਾਲ ਜਦੋਂ ਜੰਗ ਹੋਇਆ ਬਹਾਦਰ ਸ਼ਾਹ ਦਾ, ਉਹ ਸਤਿਗੁਰਾਂ ਦੀ ਸ਼ਰਨ ਆਇਆ, ਮਦਦ ਮੰਗੀ। ਕਲਗੀਧਰ ਦਸ਼ਮੇਸ਼ ਪਿਤਾ ਜੀ ਨੇ ਇਸ ਤਰ੍ਹਾਂ ਤਾਰਾ ਆਜ਼ਮ ਨੂੰ ਆਪਣੇ ਤੀਰ ਦੇ ਨਾਲ ਮਾਰਿਆ ਕਲਗੀਧਰ ਜੀ ਨੇ। ਤੇ ਇਸ ਤਰ੍ਹਾਂ ਜਿਹੜੀ ਫਿਰ ਬਾਦਸ਼ਾਹੀ ਹਿੰਦੁਸਤਾਨ ਦੀ ਜਿਹੜੀ ਸੀ, ਉਹ ਤਖਤ ਤੇ ਬਹਾਦਰ ਸ਼ਾਹ ਨੂੰ ਬਿਠਾ ਕੇ ਆਪਣੇ ਹੱਥੀਂ ਤਿਲਕ ਦੇ ਕੇ ਤੇ 7ਵੀਂ ਪੁਸਤ ਦਾ ਜਿਹੜਾ ਰਾਜ ਭਾਗ ਸੀ ਨਾ, ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਉਹ ਬਹਾਦਰ ਸ਼ਾਹ ਨੂੰ ਬਖਸ਼ ਦਿੱਤਾ ਹੈ। ਨਿਜ ਬਚਨੀ ਗੁਰ ਯੋ ਦੁਖ ਪਾਇਓ। ਹੁਣ ਜਿਹੜਾ ਬਚਨ ਗੁਰੂ ਨਾਨਕ ਸਾਹਿਬ ਜੀ ਨੇ ਕੀਤਾ ਸੀ ਨਾ ਕਿ 7 ਪੁਸਤਾਂ ਦਾ ਰਾਜ ਤੈਨੂੰ ਦਿੱਤਾ, ਹੁਣ ਉਹ ਬਚਨ ਕੀਤਾ, ਪਰ ਅਖੀਰ ਇਸ ਕੁੱਲ ਨੇ, ਮੁਗਲਾਂ ਨੇ ਮਹਾਰਾਜ ਸਤਿਗੁਰਾਂ ਦੇ ਘਰ ਦੇ ਨਾਲ ਵੈਰ ਵਿਰੋਧ ਕਮਾ ਕੇ ਗੁਰੂ ਸਾਹਿਬ ਜੀ ਨੂੰ ਦੁੱਖ ਦਿੱਤਾ, ਗੁਰੂ ਸਾਹਿਬ ਦੇ ਪਰਿਵਾਰ ਨੂੰ ਦੁੱਖ ਦਿੱਤਾ ਹੈ। ਜੋ ਬਚਨੀ ਗੁਰ ਗਏ ਵਿਕਾਇਓ। ਇਸ ਤਰ੍ਹਾਂ ਆਪਣੇ ਕਹੇ ਹੋਏ ਬਚਨਾਂ ਤੇ ਮਹਾਰਾਜ ਵਿਕਾਏ ਗਏ। ਜੋ ਬਚਨ ਕਹੇ ਉਹਨਾਂ ਨੂੰ ਪੂਰਾ ਕੀਤਾ। ਤੇ ਬਚਨ ਆਖਿਆ ਸੀ ਬਾਬਰ ਨੂੰ, ਬਾਦਸ਼ਾਹੀ ਦੇ ਰਹੇ ਹਾਂ, ਸਿਰ ਦੇ ਕੇ ਤੇਰੇ ਕੋਲੋਂ ਬਾਦਸ਼ਾਹੀ ਜਿਹੜੀ ਵਾਪਸ ਲਵਾਂਗੇ। ਦੋਹਰਾ ਇਸ ਵਿਦ ਇਹ ਝੂਠੇ ਭਏ ਬਚਨਨ ਤੇ ਸੋ ਮੁਗਲ। ਭਾਈ ਰਤਨ ਸਿੰਘ ਜੀ ਕਹਿੰਦੇ ਵੀ ਕਾਰਨ ਕੀ ਹੋਇਆ। ਇੱਕ ਪਾਸੇ ਮਹਾਰਾਜ ਨੂੰ ਸ਼ਹੀਦ ਕਰਦੇ ਰਹੇ, ਬਾਅਦ ਵਿੱਚ ਇਹੀ ਜਿਹੜੇ ਮੁਗਲ ਸਨ, ਇਹ ਗੱਲ ਜਹਾਂਗੀਰ ਤੋਂ ਹੀ ਸ਼ੁਰੂ ਹੋ ਗਈ ਸੀ। ਇਹ ਮੁਗਲ ਝੂਠੇ ਹੋ ਗਏ ਕਿਉਂਕਿ ਜਿਹੜੇ ਬਚਨ ਗੁਰੂ ਸਾਹਿਬ ਜੀ ਨੇ ਕੀਤੇ ਸਨ ਪਾਤਸ਼ਾਹੀ ਦੇਣ ਦੇ, ਉਹਨਾਂ ਬਚਨਾਂ ਤੋਂ ਹੀ ਇਹ ਮੁੱਕਰ ਗਏ ਹਨ। ਪਾਤਸ਼ਾਹੀ ਨਿਜ ਕਹੈ ਭੂਲ ਗਈ ਵਹਿ ਗੱਲ। ਜਿਹੜੀ ਪਾਤਸ਼ਾਹੀ ਮਹਾਰਾਜ ਨੇ ਬਖਸ਼ਿਸ਼ ਕੀਤੀ ਸੀ ਨਾ ਹੁਕਮ ਕਰਕੇ, ਉਹ ਗੱਲ ਮੁਗਲਾਂ ਨੇ ਮਨ ਦੇ ਵਿੱਚੋਂ ਭੁਲਾ ਦਿੱਤੀ। ਪਹਿਲਾਂ ਚੀਜ਼ ਬੰਦਾ ਲੈ ਲੈਂਦਾ ਨਾ, ਫਿਰ ਕਹਿੰਦਾ ਵੀ ਕੌਣ ਹੈ, ਕਿਹਨੇ ਦਿੱਤੀ, ਫਿਰ ਗੱਲ ਭੁੱਲ ਜਾਂਦੀ ਨਾ। ਜਿਵੇਂ ਆਪਾਂ ਗੰਗੂ ਸ਼ਾਹੀ ਦੀ ਕਥਾ ਸੁਣੀ ਸੀ, ਗੰਗੂ ਸ਼ਾਹੀਨ, ਤੇ ਉਹ ਮਹਾਰਾਜ ਕੋਲੋਂ ਸਾਰਾ ਕੁਝ ਲੈ ਕੇ ਤੇ ਮੁੜ ਕੇ ਕਹਿੰਦਾ ਮੈਂ ਤਾਂ ਜਾਣਦਾ ਨਹੀਂ ਵੀ ਕੌਣ ਗੁਰੂ ਅਮਰਦਾਸ ਜੀ ਨੇ। ਜਦੋਂ ਹੁੰਡੀ ਭੇਜ ਦਿੱਤੀ, ਸਤਿਗੁਰਾਂ ਨੇ ਸਿੱਖ ਭੇਜ ਦਿੱਤਾ, ਤੇ ਕਹਿੰਦਾ ਕੌਣ ਗੁਰੂ, ਵੀ ਮੈਂ ਨਹੀਂ ਜਾਣਦਾ ਉਹਨਾਂ ਨੂੰ। ਵੀ ਦਾਤ ਪਿਆਰੀ ਵਿਸਰਿਆ ਦਾਤਾਰਾ, ਦਾਤ ਪਿਆਰੀ ਹੋ ਗਈ, ਦਤਾਰ ਦੇਣ ਵਾਲਾ ਵਿਸਰ ਗਿਆ। ਮੁਗਲਾਂ ਨੂੰ ਰਾਜ ਭਾਗ ਪਿਆਰਾ ਹੋ ਗਿਆ, ਪਰ ਦੇਣ ਵਾਲਾ ਦਾਤਾ ਵਿਸਰ ਗਿਆ ਹੈ। ਜੋ ਪਈ ਮੁਗਲ ਕਹੈ ਹਮ ਖੁਦ ਬਲਵੰਤ। ਮੁਗਲ ਕਹਿਣ ਲੱਗੇ ਵੀ ਅਸੀਂ ਆਪ ਖੁਦ ਬਲ ਵਾਲੇ, ਤਾਕਤ ਵਾਲੇ ਹਾਂ। ਹਿੰਦੂ ਮਾਰ ਕੀਏ ਹਮ ਅੰਤ। ਅਸੀਂ ਹਿੰਦੂਆਂ ਨੂੰ ਮਾਰ ਕੇ ਉਹਨਾਂ ਦਾ ਅੰਤ ਕਰ ਦਿੱਤਾ, ਹਿੰਦੂਆਂ ਦਾ ਨਾਸ਼ ਕਰ ਦਿੱਤਾ ਹੈ। ਪੈਗੰਬਰ ਨਿਕਟ ਖੁਦਾਏ। ਕਿਉਂਕਿ ਸਾਡਾ ਪੈਗੰਬਰ ਜਿਹੜਾ ਹੈ ਖੁਦਾ ਦੇ ਨੇੜੇ ਰਹਿੰਦਾ ਹੈ, ਰੱਬ ਦੇ ਨੇੜੇ ਰਹਿੰਦਾ ਹੈ। ਹਿੰਦੂ ਤਾਂ ਉਹਨਾਂ ਦੇ ਨੇੜੇ ਨਹੀਂ ਢੁੱਕ ਸਕਦਾ। ਤੇ ਇਹ ਕਿਵੇਂ ਹੋ ਸਕਦਾ ਕਿ ਸਾਨੂੰ ਰਾਜ ਗੁਰੂ ਨਾਨਕ ਸਾਹਿਬ ਨੇ ਦੇ ਦਿੱਤਾ? ਨਹੀਂ, ਸਾਨੂੰ ਰਾਜ ਜਿਹੜਾ ਹੈ ਇਹ ਸਾਡੇ ਪੈਗੰਬਰ ਨੇ ਬਖਸ਼ਿਸ਼ ਕੀਤਾ, ਹੋਰ ਕੋਈ ਸਾਨੂੰ ਰਾਜ ਦੇਣ ਵਾਲਾ ਨਹੀਂ ਜੰਮਿਆ। ਮੁਗਲਾਂ ਦੇ ਮਨ ਵਿੱਚ ਇਹੋ ਜੀ ਗਫਲਤ ਪੈਦਾ ਹੋ ਗਈ, ਬੇਪਰਵਾਹੀਆਂ ਆ ਗਈਆਂ। ਇਸ ਪ੍ਰਕਾਰ ਇਹੋ ਜਿਹੀਆਂ ਅਣਗਹਿਲੀਆਂ ਕਰਨ ਲੱਗ ਪਏ, ਗੁਰੂ ਘਰ ਦੀ ਨਿੰਦਿਆ ਕਰਨ ਲੱਗ ਪਏ, ਸਤਿਗੁਰਾਂ ਨੂੰ ਸ਼ਹੀਦ ਕਰਨ ਤੱਕ ਉਤਰ ਆਏ ਹਨ। ਜਿਹੜੇ ਮੁਲਾਣੇ ਤੇ ਕਾਜੀ ਆਦਿਕ ਸਨ, ਉਹਨਾਂ ਸਾਰੇ ਜਾਣਿਆਂ ਨੇ ਇਕੱਤਰ ਹੋ ਕਰਕੇ ਬਾਦਸ਼ਾਹਾਂ ਦਾ ਦਿਮਾਗ ਫੇਰ ਦਿੱਤਾ, ਉਹਨਾਂ ਨੂੰ ਗਲਤ ਪਾਸੇ ਲਾ ਦਿੱਤਾ। ਅਖੀਰ ਉਹਨਾਂ ਦੀ ਬਿਰਤੀ ਜਿਹੜੀ ਸੀ ਉਹ ਭ੍ਰਸ਼ਟ ਹੋ ਗਈ ਹੈ। ਤੇ ਜਿਹੜਾ ਬਾਬਰ ਸੀਗਾ, ਸਾਧ ਸੰਗਤ ਜੀ 1500 ਤੇ ਕਰੀਬਨ 78 ਸੰਮਤ ਦੇ ਵਿੱਚ ਉਹਨੇ ਏਮਨਾਬਾਦ ਹਮਲਾ ਕੀਤਾ। ਜਦੋਂ ਪਹਿਲੀ ਵਾਰੀ ਆਇਆ, ਆਮਨ 78 ਜਾਨ 97 ਹੋਰ ਵੀ ਉੱਠ ਸੀ ਮਰਦ ਕਾ ਚੇਲਾ। ਮਰਦ ਕਾ ਚੇਲਾ ਕੌਣ ਸੀ? ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ। ਇਹ ਭਵਿੱਖਤ ਬਚਨ ਹੋਏ ਜੀ ਗੁਰੂ ਨਾਨਕ ਸਾਹਿਬ ਜੀ ਦੇ। 1578 ਦੇ ਵਿੱਚ ਆਇਆ ਸੀ ਬਾਬਰ ਹਿੰਦੁਸਤਾਨ ਤੇ। ਆਮਨ 78 ਜਾਨ 97। 97 ਦੇ ਵਿੱਚ ਇਹ ਸਾਰੇ ਹਿੰਦੁਸਤਾਨ ਨੂੰ ਛੱਡ ਕੇ ਚਲੇ ਗਏ। ਇਹਨਾਂ ਦਾ ਰਾਜ ਭਾਗ ਗੋਰਿਆਂ ਨੇ ਤਬਾਹ ਕਰ ਦਿੱਤਾ। 1578 ਵਿੱਚ ਬਾਬਰ ਆਇਆ ਹਿੰਦੁਸਤਾਨ ਦੇ ਵਿੱਚ। ਇਹ ਭਵਿੱਖਤ ਬਚਨ ਗੁਰੂ ਨਾਨਕ ਸਾਹਿਬ ਜੀ ਦੇ। ਤੇ ਸਾਧ ਸੰਗਤ ਜੀ, ਜਿਹੜਾ ਬਾਬਰ ਸੀ 78 ਵਿੱਚ ਆਇਆ, 84 ਦੇ ਵਿੱਚ ਇਹਦਾ ਜੰਗ ਹੋਇਆ ਇਬਰਾਹਿਮ ਖਾਨ ਨਾਲ, ਜਿਹਨੂੰ ਆਪਾਂ ਬੈਰਮ ਖਾਨ ਕਹਿ ਰਹੇ ਹਾਂ। ਭਾਈ ਸਾਹਿਬ ਨੇ ਬੈਰਮ ਖਾਨ ਲਿਖਿਆ, ਇਹਦਾ ਪੂਰਾ ਨਾਮ ਸੀ ਇਬਰਾਹਿਮ ਖਾਨ, ਜੋ ਸਿਕੰਦਰ ਲੋਧੀ ਕਾਣੇ ਦਾ ਪੁੱਤਰ ਸੀਗਾ।
ਇਬਰਾਹਿਮ ਖਾਨ ਦੇ ਨਾਲ ਇਹਨੇ ਜਦੋਂ ਦਿੱਲੀ ਤੇ ਹਮਲਾ ਕੀਤਾ ਤੇ ਪਾਣੀਪਤ ਵਿਖੇ ਜੰਗ ਹੋਇਆ, ਬੜੀ ਗਹਿ ਗੱਚ ਦੀ ਲੜਾਈ ਹੋਈ ਤੇ ਬਾਬਰ ਨੇ ਇਬਰਾਹਿਮ ਖਾਨ ਨੂੰ ਮਾਰ ਦਿੱਤਾ। ਉਸ ਤੋਂ ਬਾਅਦ ਹਿੰਦੁਸਤਾਨ ਦਾ ਜਿਹੜਾ ਤਖਤ ਸੀ ਉਹ ਬਾਬਰ ਨੇ ਪ੍ਰਾਪਤ ਕੀਤਾ ਤੇ ਹਿੰਦੁਸਤਾਨ ਦੇ ਮਾਲਕ ਮੁਗਲ ਜਿਹੜੇ ਬਣ ਗਏ ਸਨ। ਇਹਨਾਂ ਦੀ ਆਮਦ ਹਿੰਦੁਸਤਾਨ ਵਿੱਚ 1578 ਦੇ ਵਿੱਚ ਹੋਈ ਸੀ। ਉਸ ਤੋਂ ਬਾਅਦ ਹੌਲੀ ਹੌਲੀ ਜਿਉਂ-ਜਿਉਂ ਰਾਜ ਭਾਗ ਵਿਸ਼ਾਲ ਹੁੰਦਾ ਗਿਆ ਤੇ ਹੰਕਾਰੀ ਹੁੰਦੇ ਗਏ। ਇਹਨਾਂ ਦੇ ਕੀਤੇ ਪਾਪ ਤੇ ਜਿਹੜੇ ਅਪਰਾਧ ਸਨ ਉਹ ਦਿਨੋਂ ਦਿਨ ਇਸ ਤਰ੍ਹਾਂ ਵੱਧਦੇ ਜਾਣ ਲੱਗੇ। ਸੋ ਭਾਈ ਸਾਹਿਬ ਭਾਈ ਤਾਰੂ ਸਿੰਘ ਜੀ ਨੇ ਇਹ ਸਾਰੀ ਕਥਾ ਜਿਹੜੀ ਹੈ ਉਹ ਸਰਵਣ ਕਰਾਈ ਸੰਗਤਾਂ ਨੂੰ, ਵੀ ਕਾਰਨ ਕੀ ਸੀ ਕਿ ਗੁਰੂ ਸਾਹਿਬ ਜੀ ਨੂੰ ਇੰਨੀਆਂ ਕੁਰਬਾਨੀਆਂ ਦੇਣੀਆਂ ਪਈਆਂ ਇਹਨਾਂ ਮੁਗਲਾਂ ਦਾ ਰਾਜ ਭਾਗ ਹਿੰਦੁਸਤਾਨ ਤੋਂ ਖਤਮ ਕਰਨ ਵਾਸਤੇ, ਕਿਉਂਕਿ ਇਹ ਪਾਤਸ਼ਾਹੀ ਵੀ ਗੁਰੂ ਸਾਹਿਬ ਜੀ ਨੇ ਆਪ ਬਖਸ਼ਿਸ਼ ਕੀਤੀ ਸੀ। ਪਠਾਨ ਅਪਰਾਧੀ ਹੋ ਗਏ, ਪਾਪੀ ਹੋ ਗਏ, ਉਹਨਾਂ ਨੂੰ ਖਤਮ ਕਰਨ ਵਾਸਤੇ ਮੁਗਲ ਹਿੰਦੁਸਤਾਨ ਵਿੱਚ ਗੁਰੂ ਦੇ ਬਚਨਾਂ ਨਾਲ ਆਏ। ਪਰ ਜਦੋਂ ਮੁਗਲ ਪਾਪੀ ਹੋ ਗਏ ਫਿਰ ਮਹਾਰਾਜ ਨੇ ਤੀਸਰਾ ਪੰਥ ਖਾਲਸਾ ਪੰਥ ਸਾਜਿਆ। ਉਸ ਖਾਲਸੇ ਪੰਥ ਨੇ ਇਸ ਹਿੰਦੁਸਤਾਨ ਵਿੱਚ 700 ਸਾਲ ਦਾ ਜਿਹੜਾ ਮੁਗਲਾਂ ਦਾ ਰਾਜ ਸੀ ਉਹ ਕੁਝ ਸਮੇਂ ਦੇ ਵਿੱਚ ਹੀ ਨਿਕਲ ਰਿਹਾ। ਸਾਰਾ ਰਾਜ ਭਾਗ ਹੀ ਖਾਲਸੇ ਨੇ ਤਬਾਹ ਕਰ ਦਿੱਤਾ ਮੁਗਲਾਂ ਦਾ। ਖਾਲਸੇ ਨੇ ਨਾ ਪਠਾਨ ਛੱਡੇ, ਨਾ ਮੁਗਲ ਛੱਡੇ, ਨਾ ਗੋਰੇ ਛੱਡੇ, ਬਾਕੀ ਵੀ ਕੋਈ ਨਹੀਂ ਰਹਿਣੇ। ਖਾਲਸੇ ਦੀ ਚੜ੍ਹਦੀ ਕਲਾ ਹਮੇਸ਼ਾ ਇਸ ਸੰਸਾਰ ਵਿੱਚ ਰਹਿਣੀ ਹੈ ਤੇ ਗੁਰੂ ਕਾ ਖਾਲਸਾ ਜੁਗੋ ਜੁਗ ਅਟਲ ਹੈ। ਸੋ ਅੱਗੇ ਹੁਣ ਆਪਾਂ ਕਥਾ ਸਰਵਣ ਕਰਾਂਗੇ ਭਾਈ ਸਾਹਿਬ ਭਾਈ ਤਾਰੂ ਸਿੰਘ ਜੀ ਤੇ ਦੂਸਰੇ ਗੁਰਸਿੱਖ ਭਾਈ ਮਤਾਬ ਸਿੰਘ ਜੀ। ਭਾਈ ਰਤਨ ਸਿੰਘ ਜੀ ਭੰਗੂ ਉਹਨਾਂ ਦੇ ਦਾਦਾ ਜੀ, ਭਾਈ ਮਤਾਬ ਸਿੰਘ ਜੀ ਤੇ ਭਾਈ ਤਾਰੂ ਸਿੰਘ ਦਾ ਪ੍ਰੇਮ ਬੜਾ ਸੀਗਾ ਗੁਰ ਭਾਈ, ਤੇ ਇਹ ਬਚਨ ਆਖਿਆ ਇਕੱਠੇ ਸ਼ਹੀਦ ਹੋਵਾਂਗੇ, ਵਾਅਦਾ ਸੀ ਇੱਕ ਦੂਜੇ ਨਾਲ। ਤੇ ਹੁਣ ਜਿਵੇਂ ਦੋਹਾਂ ਸਿੱਖਾਂ ਦੀ ਸ਼ਹਾਦਤ ਹੋਵੇਗੀ, ਕੱਲ ਦੇ ਦੀਵਾਨ ਵਿੱਚ ਆਪਾਂ ਕਥਾ ਸਰਵਣ ਕਰਾਂਗੇ। ਸਮੇਂ ਦੀ ਸਮਾਪਤੀ ਹੈ ਜੀ, ਭੁੱਲਾਂ ਚੁੱਕਾਂ ਦੀ ਖਿਮਾ ਕਰ ਦੇਣੀ। ਹੇ ਗੋਬਿੰਦ, ਹੇ ਗੋਪਾਲ, ਹੇ ਦਇਆਲ, ਪ੍ਰਾਣਨਾਥ ਅਨਾਥ ਸਖੇ ਦੀਨ ਦਰਦ, ਹੇ ਸਮਰੱਥ ਅਗੰਮ ਪੂਰਨ ਮੋਹਿ ਮਇਆ, ਅੰਧਕੂਪ ਮਹਾ ਭਿਆਨ ਨਾਨਕ ਆਏ ਪ੍ਰਭ ਸਰਣਾਗਤੀ ਕਿਰਪਾ ਨਿਧ ਦਇਆ, ਏਕ ਅਖਰ ਹਰ ਮਨ ਬਸਤ ਨਾਨਕ ਹੋਤ ਨਿਹਾ, ਵਾਹਿਗੁਰੂ ਨਾਮ ਜਹਾਜ ਹੈ ਚੜੇ ਸਉਤਰੇ ਪਾ, ਜੋ ਸ਼ਰਦਾ ਕਰ ਸੇਵੰਦੇ ਗੁਰ ਪਾਰ ਉਤਾਰਨ, ਜੋ ਸ਼ਰਦਾ ਕਰ ਸੇਵੰਦੇ ਗੁਰ ਪਾਰ ਉਤਾਰਨ ਹਾਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।